ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇਈ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅਗਰ ਗੱਲ ਅਸੀਂ ਕਰੀਏ ਕੈਨੇਡਾ ਦੀ ਲਾਈਫ ਦੀ, ਤਾਂ ਇੱਥੇ ਜਿੰਨੀ ਇੰਪੋਰਟੈਂਸ ਪਰਸਨਲ ਲਾਈਫ ਇੰਸ਼ੋਰੈਂਸ ਦੀ ਜਾਂ ਸਾਡੇ ਵਹੀਕਲਸ ਦੀ ਜਾਂ ਹੋਮ ਦੀ ਇੰਸ਼ੋਰੈਂਸ ਦੀ ਹੈ, ਓਨੀ ਹੀ ਅਹਿਮੀਅਤ ਸਾਡੇ ਕਮਰਸ਼ੀਅਲ ਵਹੀਕਲਸ ਦੀ ਜਾਂ ਕਮਰਸ਼ੀਅਲ ਪ੍ਰੋਪਰਟੀਜ਼ ਦੀ ਇੰਸ਼ੋਰੈਂਸ ਦੀ ਵੀ ਹੈ। ਸੋ ਅੱਜ ਅਸੀਂ ਜਨਰਲ ਇੰਸ਼ੋਰੈਂਸ ਦੇ ਵੱਖ-ਵੱਖ ਟੌਪਿਕਸ ਉੱਪਰ ਗੱਲਬਾਤ ਕਰਨ ਲਈ ਏਕਨ ਇੰਸ਼ੋਰੈਂਸ ਦੇ ਪ੍ਰੈਜ਼ੀਡੈਂਟ ਮਿਸਟਰ ਕੰਵਰ ਬੋਲਾ ਜੀ ਨੂੰ ਬੁਲਾਇਆ ਹੈ। ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਥੈਂਕ ਯੂ ਮਨਜੀਤ ਜੀ, ਥੈਂਕ ਯੂ ਵੈਰੀ ਮੱਚ ਤੁਹਾਡਾ ਅੱਜ ਇਨਵਾਈਟ ਕਰਨ ਲਈ ਮੈਨੂੰ ਇੱਥੇ। ਸਾਰੇ ਵੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ ਜੀ। ਭਾਜੀ, ਮੈਂ ਕੰਵਰ ਬੋਲਾ ਜੀ ਦਾ ਨਾਮ, ਏਕਨ ਇੰਸ਼ੋਰੈਂਸ ਦਾ ਨਾਮ ਕਾਫੀ ਲੰਬੇ ਸਮੇਂ ਤੋਂ ਸੁਣਿਆ ਹੋਇਆ ਸੀ, ਪਰ ਸਬੱਬ ਅੱਜ ਬਣਿਆ ਤੁਹਾਡੇ ਨਾਲ ਮੁਲਾਕਾਤ ਕਰਨ ਦਾ। ਅਤੇ ਗੱਲਬਾਤ ਇੰਸ਼ੋਰੈਂਸ ਬਾਰੇ ਵੀ ਕਰਨੀ ਹੈ ਆਪਾਂ, ਪਰ ਮੈਂ ਇੱਥੇ ਚਾਹੂੰਗਾ ਕਿ ਦਰਸ਼ਕਾਂ ਨਾਲ ਪਹਿਲਾਂ ਸਾਂਝ ਪਾਈ ਜਾਵੇ ਕਿ ਕੰਵਰ ਬੋਲਾ ਜੀ ਪੰਜਾਬ ਤੋਂ ਜਾਂ ਇੰਡੀਆ ਤੋਂ ਕਿੱਥੋਂ ਨੇ, ਕੈਨੇਡਾ ਕਦੋਂ ਅਤੇ ਕਿਵੇਂ ਆਉਣਾ ਹੋਇਆ? ਪੰਜਾਬ ਦੇ ਵਿੱਚੋਂ ਅਸੀਂ ਬਠਿੰਡੇ ਕੋਲੇ ਮਾਨਸਾ ਜ਼ਿਲ੍ਹੇ 'ਚੋਂ ਬੁਢਲਾਡੇ ਤੋਂ ਆ ਮੈਂ ਜੀ। ਬੁਢਲਾਡਾ, ਠੀਕ ਹੈ ਹਾਂਜੀ। ਜੀ। ਮੇਰਾ ਕੈਨੇਡਾ ਦੇ ਵਿੱਚ ਮੈਂ 2006 ਦੇ ਵਿੱਚ ਆਇਆ। ਫੈਮਿਲੀ ਸਪੋਂਸਰ ਕੀਤਾ ਗਿਆ ਮੈਨੂੰ ਜੀ। ਮੇਰੇ ਸਿਸਟਰ ਨੇ ਸਪੋਂਸਰ ਕੀਤਾ ਸੀ, ਮੀ ਐਂਡ ਮਾਈ ਮਮ। ਅਸੀਂ ਦੋਨੇ ਇਕੱਠੇ ਆਏ ਬੈਕ ਇਨ 2006। ਠੀਕ ਹੈ ਜੀ। ਅਤੇ ਉੱਥੋਂ ਦੀ ਕੁਆਲੀਫਿਕੇਸ਼ਨ ਵਗੈਰਾ ਕਿਵੇਂ ਸੀ? ਉੱਥੇ ਮੈਂ BA ਫਾਈਨਲ ਦੇ ਵਿੱਚ ਸੀ ਜਦੋਂ ਕੈਨੇਡਾ ਦੇ ਵਿੱਚ ਆਇਆ ਜੀ। ਅਤੇ ਮੋਸਟ ਆਫ ਮਾਈ ਐਜੂਕੇਸ਼ਨ, ਸ਼ੁਰੂਆਤ ਦੀ ਮੇਰੀ ਐਜੂਕੇਸ਼ਨ ਫਸਟ ਐਂਡ 10th ਗ੍ਰੇਡ ਤੱਕ ਮੈਂ ਆਪਦੇ ਸ਼ਹਿਰ ਤੋਂ ਪੜ੍ਹਿਆ। ਉਸ ਤੋਂ ਬਾਅਦ ਮੇਰੀ ਅਗਲੇ 4-5 ਸਾਲ ਮੈਂ ਚੰਡੀਗੜ੍ਹ ਪੜ੍ਹਿਆ, ਅਤੇ ਜਦੋਂ ਮੈਂ ਆਉਣਾ ਸੀ ਉਸ ਟਾਈਮ ਮੈਂ ਚੰਡੀਗੜ੍ਹ 'ਤੇ ਸੀ। ਠੀਕ ਹੈ ਜੀ। ਅਤੇ ਫਿਰ ਆਉਂਦਿਆਂ ਇੰਸ਼ੋਰੈਂਸ ਇੰਡਸਟਰੀ ਆਉਂਦੇ ਜੁਆਇਨ ਕਰ ਲਈ ਜਾਂ ਕੁਝ ਹੋਰ ਵੀ ਜੋਬਸ ਵਗੈਰਾ ਕਰਨੀਆਂ ਪਈਆਂ ਇੱਥੇ? ਨਹੀਂ, ਸਟੇਟ ਵੇ ਤਾਂ ਨਹੀਂ ਮੈਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਇਆ। ਜਿਵੇਂ ਹਰ ਕੋਈ ਅਲੱਗ-ਅਲੱਗ ਫੀਲਡ ਦੇ ਵਿੱਚ ਸਟਰਗਲ ਕਰਦਾ ਹੈ, ਮੇਰਾ ਵੀ ਸੇਮ ਹੀ ਰਿਹਾ। ਅਲੱਗ-ਅਲੱਗ ਫੀਲਡ ਦੇ ਵਿੱਚ, ਅਲੱਗ-ਅਲੱਗ ਆਕੂਪੇਸ਼ਨਸ ਦੇ ਵਿੱਚ ਮੈਂ ਕੰਮ ਕੀਤੇ ਜੀ। ਮੇਰੇ ਸਿਬਲਿੰਗ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਸੀ, ਇਸ ਲਈ ਮੇਰਾ ਇੰਟਰਸਟ ਉੱਥੋਂ ਸ਼ੁਰੂ ਹੋਇਆ। ਠੀਕ ਹੈ ਜੀ। ਬੈਕ ਇਨ 2006 ਤੋਂ ਲੈ ਕੇ 2010 ਤੱਕ ਮੈਂ ਡਿਫਰੈਂਟ ਫੀਲਡਸ ਦੇ ਵਿੱਚ ਕੰਮ ਕੀਤਾ। ਡਿਫਰੈਂਟ ਤੁਹਾਡੇ ਵਿਚਾਰ ਬਣਦੇ ਗਏ ਕਿ ਕੀ ਕਰਨਾ ਹੈ, ਪਰ 2010 ਦੇ ਵਿੱਚ ਮੈਂ ਇੰਸ਼ੋਰੈਂਸ ਲਾਇਸੈਂਸ ਲਿਆ ਅਤੇ ਉਸ ਤੋਂ ਫਿਰ ਮੈਂ ਇੰਸ਼ੋਰੈਂਸ ਦਾ ਫਰਸਟ ਜੋਬ ਸਟਾਰਟ ਕੀਤੀ ਕੋਆਪਰੇਟਰਸ ਨਾਲ। ਠੀਕ ਹੈ ਜੀ। ਔਰ ਜਦੋਂ ਇੰਸ਼ੋਰੈਂਸ ਦੀ ਤੁਸੀਂ ਜੋਬ ਸ਼ੁਰੂ ਕੀਤੀ, ਫਿਰ ਪਹਿਲਾਂ ਸੋਚਿਆ ਸੀਗਾ ਵੀ ਮੈਂ ਆਪਣੀ ਬ੍ਰੋਕਰੇਜ ਬਣਾਉਣੀ ਆ, ਅਤੇ ਕਿਵੇਂ ਫਿਰ ਏਕਨ ਇੰਸ਼ੋਰੈਂਸ ਜਿਹੜੀ ਬ੍ਰੋਕਰੇਜ ਹੈ ਇਹਦਾ ਜਿਹੜਾ ਆਈਡੀਆ ਕਿਵੇਂ ਕਨਸੀਵ ਕੀਤਾ ਤੁਸੀਂ? ਦੇਖੋ, ਜਦੋਂ ਤੁਸੀਂ ਕੋਈ ਚੀਜ਼ ਸਟਾਰਟ ਕਰਦੇ ਹੋ, ਤੁਹਾਡੇ ਟਾਈਮ ਨਾਲ ਤੁਹਾਡੇ ਗੋਲਸ ਚੇਂਜ ਹੁੰਦੇ ਜਾਂਦੇ ਆ ਜੀ। ਸੋ ਇਨੀਸ਼ੀਅਲ ਜਦੋਂ ਮੈਂ ਸਟਾਰਟ ਕੀਤਾ ਇੰਸ਼ੋਰੈਂਸ ਦੇ ਵਿੱਚ, ਮੇਰਾ ਗੋਲ ਇਹੀ ਸੀਗਾ ਕਿ ਮੈਂ ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਾਂ ਅਤੇ ਲੌਂਗ ਟਰਮ ਮੇਰੀ ਉੱਥੇ ਮੈਂ ਆਪਣੇ ਆਪ ਨੂੰ ਗਰੋ ਕਰਦਾ ਰਹਾਂ, ਇਸੇ ਨੂੰ ਕਰੀਅਰ ਬਣਾ ਲਿਆ ਜਾਵੇ। ਐਗਜ਼ੈਕਟਲੀ। ਸੋ ਸ਼ੁਰੂਆਤ ਦੇ ਵਿੱਚ ਮੈਂ ਕੋਆਪਰੇਟਰਸ 'ਤੇ ਕੰਮ ਕੀਤਾ ਐਜ਼ ਅ ਸਰਵਿਸ ਪਰਸਨ ਜੀ। ਤਾਂ ਆਪਦੇ ਆਪ ਨੂੰ ਮੇਰਾ ਇਹੀ ਕੰਮ ਕਰਨ ਦਾ ਤਰੀਕਾ ਹੁੰਦਾ ਸੀ ਕਿ ਆਈ ਹਾਰਡ ਵਰਕ ਫੋਰ ਜਿਹਦੇ ਲਈ ਮੈਂ ਕੰਮ ਕਰਾਂ ਜੀ। ਸੋ ਮੈਂ ਸਰਵਿਸ ਤੋਂ ਸ਼ੁਰੂ ਕੀਤਾ, ਮੂਵ ਟੂ ਸੇਲਸ, ਦੈਨ ਆਈ ਮੂਵ ਟੂ ਸਟੇਟ ਫਾਰਮ, ਅਤੇ ਫਿਰ ਮੈਂ ਮੈਨੇਜਰ ਬਣਿਆ। ਉੱਥੇ ਜਾ ਕੇ ਫਿਰ ਮੈਨੂੰ ਪਤਾ ਲੱਗਿਆ ਕਿ ਦੇਰ ਇਜ਼ ਸੋ ਮਚ ਓਪਰਚੁਨਿਟੀਜ਼ ਜੇ ਤੁਸੀਂ ਆਪਦਾ ਆਪ ਕੰਮ ਕਰਦੇ ਹੋ ਜੀ। ਸੋ ਮੈਂ ਆਪਦਾ ਬਿਜ਼ਨਸ ਪਲਾਨ ਬਣਾਇਆ ਕਿ ਮੈਂ ਆਪਦੀ ਐਜ਼ ਅ ਸਬ ਬ੍ਰੋਕਰ ਸ਼ੁਰੂ ਕਰਾਂ ਜੀ। ਸੋ ਆਪਦਾ ਕਮਿਸ਼ਨ 'ਤੇ ਜਾਵਾਂ। ਸੋ ਪਹਿਲਾਂ ਮੈਂ ਉਹ ਸਟਾਰਟ ਕੀਤਾ, ਆਪਦੇ ਕਲਾਇੰਟਲ ਬਣਾਏ। ਸੋ ਬੈਕ ਇਨ 2016 ਨਵੰਬਰ ਦੇ ਵਿੱਚ ਜਦੋਂ ਸਾਰਾ ਮੈਂ ਆਪਦੇ ਕਲਾਇੰਟ ਨੂੰ ਐਸਟੈਬਲਿਸ਼ ਕਰ ਲਏ, ਮੇਰੇ ਰਿਲੇਸ਼ਨਸ਼ਿਪਸ ਬਣ ਗਏ ਇੰਸ਼ੋਰੈਂਸ ਕੰਪਨੀ ਦੇ ਨਾਲ, ਅਤੇ ਉਸ ਟਾਈਮ ਮੈਂ ਫਿਰ 2016 ਨਵੰਬਰ ਦੇ ਵਿੱਚ ਆਪਦੀ ਇੰਸ਼ੋਰੈਂਸ ਕੰਪਨੀ ਬ੍ਰੋਕਰੇਜ ਜੋ ਕਿ ਏਕਨ ਇੰਸ਼ੋਰੈਂਸ ਖੋਲ੍ਹੀ। ਅਤੇ ਕੰਵਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਏਕਨ ਇੰਸ਼ੋਰੈਂਸ ਦੀ, ਅਤੇ ਏਕਨ ਇੰਸ਼ੋਰੈਂਸ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੀ ਆ ਅਲਬਰਟਨਸ ਨੂੰ ਜਾਂ ਐਡਮਿੰਟੋਨੀਅਨਸ ਨੂੰ, ਔਰ ਹਾਊ ਇਟ ਇਜ਼ ਡਿਫਰੈਂਟ ਫਰੋਮ ਅਦਰ ਇੰਸ਼ੋਰੈਂਸ ਬ੍ਰੋਕਰਸ? ਏਕਨ ਇੰਸ਼ੋਰੈਂਸ ਬਾਰੇ ਮੈਂ ਤੁਹਾਨੂੰ ਇੱਕ ਬਰੀਫ ਇੰਟਰੋਡਕਸ਼ਨ ਇਹੀ ਦਊਂਗਾ ਕਿ ਏਕਨ ਇੰਸ਼ੋਰੈਂਸ ਦਾ ਮਤਲਬ ਹੈ ਆਲ ਇੰਸ਼ੋਰੈਂਸ ਇਜ਼ ਅੰਡਰ ਵਨ ਰੂਫ ਜੀ। ਜਿਸ ਦੇ ਵਿੱਚ ਹੋਮ RO ਇੰਸ਼ੋਰੈਂਸ ਪਰਸਨਲਾਈਜ਼ ਹੋ ਜਾਂਦੀ ਹੈ, ਕਮਰਸ਼ੀਅਲ ਇੰਸ਼ੋਰੈਂਸ ਜਿਹਦੇ ਵਿੱਚ ਟਰਾਂਸਪੋਰਟੇਸ਼ਨ, ਹੋਸਪਿਟੈਲਿਟੀ, ਰੈਸਟੋਰੈਂਟ, ਡੇ ਕੇਅਰ, ਜਿਹੜੀ ਵੀ ਜਿਸ ਤਰ੍ਹਾਂ ਦੀ ਵੀ ਕਮਰਸ਼ੀਅਲ ਇੰਸ਼ੋਰੈਂਸ ਆਉਂਦੀ ਆ ਉਹ ਹੋ ਜਾਂਦੀ ਹੈ। ਇਹਦੇ ਵਿੱਚ ਤੁਹਾਡੇ ਪਰਸਨਲ ਬੈਨੀਫਿਟਸ, ਫੋਰ ਐਗਜ਼ਾਮਪਲ ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਡੈਂਟਲ ਕਵਰੇਜਿਸ, ਉਹ ਸਾਰੀਆਂ ਹੋ ਜਾਂਦੀਆਂ ਨੇ। ਸੋ ਇਨ ਕੇਸ ਕੋਈ ਕਲਾਇੰਟ ਮੈਨੂੰ ਪੁੱਛਦਾ ਹੈ ਜਾਂ ਸਾਡੇ ਟੀਮ ਮੈਂਬਰ ਮੈਨੂੰ ਪੁੱਛਦੇ ਨੇ ਕਿ ਆਪਾਂ ਇਹ ਪੋਲਿਸੀ ਕਰਦੇ ਹਾਂ, ਸੋ ਮੇਰਾ ਇੱਕ ਹੀ ਆਨਸਰ ਉਹਨਾਂ ਲਈ ਹੁੰਦਾ ਹੈ ਕਿ ਜੇ ਕੋਈ ਕਲਾਇੰਟ ਆਪਾਂ ਨੂੰ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਪ੍ਰੋਡਕਟ ਬਾਰੇ ਪੁੱਛਦਾ ਤਾਂ ਆਲਵੇਜ਼ ਸੇ ਕਿ ਹਾਂ ਅਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਾਂ। ਜੇ ਕਿਸੇ ਨੇ ਸਾਨੂੰ ਕਾਲ ਕਰ ਲਈ ਕਿ ਆਈ ਹੈਵ ਅ ਫਾਇਰ ਕ੍ਰੈਕਰ ਫੈਕਟਰੀ, ਕਿ ਮੈਨੂੰ ਉਹਦੀ ਇੰਸ਼ੋਰੈਂਸ ਚਾਹੀਦੀ ਹੈ, ਐਂਡ ਦੈਨ ਆਵਰ ਆਨਸਰ ਵੁੱਡ ਬੀ ਕਿ ਹਾਂਜੀ ਅਸੀਂ ਕਰ ਦਾਂਗੇ ਤੁਹਾਡੀ ਹੈਲਪ। ਸੋ ਕਹਿਣ ਦਾ ਮਤਲਬ ਵੀ ਅਗਰ ਕੋਈ ਵੀ ਕਲਾਇੰਟ ਤੁਹਾਡੇ ਆਫਿਸ 'ਚ ਆ ਜਾਏ
ਤੇ ਕਿਸੇ ਵੀ ਤਰ੍ਹਾਂ ਦੀ ਉਹ ਕਵੇ ਭਾਈ ਮੈਨੂੰ ਇੰਸ਼ੋਰੈਂਸ ਦੀ ਲੋੜ ਹੈਗੀ ਆ ਤੇ ਜਵਾਬ ਹਾਂ ਹੈ, ਹਰ ਤਰ੍ਹਾਂ ਦੀਆਂ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ। ਦ ਰੀਜ਼ਨ ਫॉर दैट ਇਜ਼ ਸਾਡੇ ਜਿਹੜੇ ਕੰਟਰੈਕਟਸ ਨੇ ਕੰਪਨੀਆਂ ਨਾਲ ਆਲਮੋਸਟ ਅਸੀਂ 50 ਤੋਂ 60 ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ। ਅੱਛਾ ਜੀ। ਜਿਹੜੀਆਂ ਕਿ ਹਰੇਕ ਡਿਫਰੈਂਟ ਸੈਗਮੈਂਟ 'ਚ ਐਕਸਪਰਟਸ ਨੇ, ਠੀਕ ਹੈ ਨਾ। ਸੋ ਇਸ ਕਰਕੇ ਸਾਨੂੰ ਕਦੇ ਇਹ ਜੀ ਟਾਈਮ ਆਇਆ ਨਹੀਂ ਜਿਸ ਵਿੱਚ ਅਸੀਂ ਕਿਸੇ ਇੰਸ਼ੋਰੈਂਸ ਸਾਡੇ ਆਪਦੇ ਕਲਾਇੰਟ ਨੂੰ ਕਹਤਾ ਹੋਵੇ ਕਿ ਅਸੀਂ ਇਹ ਇੰਸ਼ੋਰੈਂਸ ਕਰ ਨਹੀਂ ਸਕਦੇ ਤੁਹਾਡੇ ਜੀ। ਤੇ ਕੰਵਰ ਜੀ, ਜਦੋਂ ਆਪਾਂ ਗੱਲ ਕਰਦੇ ਆ ਕਮਰਸ਼ੀਅਲ ਇੰਸ਼ੋਰੈਂਸ ਦੀ, ਤੇ ਮੈਨੂੰ ਲੱਗਦਾ ਵੀ ਟਰੱਕਿੰਗ ਇੰਡਸਟਰੀ ਜਿਹੜੀ ਹੈ ਤੁਹਾਡਾ ਮੇਜਰ ਕਲਾਇੰਟੇਜ ਹੋ ਸਕਦਾ। ਤੇ ਜਦੋਂ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਆ, ਜਦੋਂ ਤੁਹਾਡੇ ਕੋਲ ਕਲਾਇੰਟਸ ਆਉਂਦੇ ਨੇ, ਤੇ ਕਿਹੜੇ ਤੁਸੀਂ ਨੁਕਤੇ ਆ, ਕਿਹੜੇ ਪੁਆਇੰਟਸ ਨੇ ਤੁਸੀਂ ਧਿਆਨ ਵਿੱਚ ਰੱਖਦੇ ਜੇ ਕਿ ਟਰੱਕਿੰਗ ਵਾਸਤੇ ਇੰਸ਼ੋਰੈਂਸ ਦਿੱਤੀ ਜਾਵੇ ਤੇ ਕਿਵੇਂ ਦੇ ਬੈਨੀਫਿਟ ਹੋਣ ਔਰ ਕਿਹੜੀਆਂ ਚੀਜ਼ਾਂ ਕਵਰ ਹੋ ਜਾਣ? ਦੇਖੋ ਜੀ, ਸਾਡੇ ਨਾਲ ਜਦੋਂ ਕੋਈ ਵੀ ਕਲਾਇੰਟ ਜੁੜਦਾ, ਸਾਡੇ ਲਈ ਮੋਸਟ ਇੰਪੋਰਟੈਂਟ ਪਾਰਟ ਹੁੰਦਾ ਕਿ ਅਸੀਂ ਉਹਨਾਂ ਨਾਲ ਸਾਡੀ ਰਿਲੇਸ਼ਨਸ਼ਿਪ। ਬਿਲਕੁਲ ਠੀਕ ਹੈ। ਸੋ ਸਾਡੇ ਲਈ ਮੋਸਟ ਇੰਪੋਰਟੈਂਟ ਹੁੰਦਾ ਸੀ ਉਹਨਾਂ ਨੂੰ, ਸਾਡੇ ਕਲਾਇੰਟਸ ਨੂੰ ਬੈਸਟ ਤੋਂ ਬੈਸਟ ਐਡਵਾਈਸ ਦਈਏ ਤਾਂ ਕਿ ਸਾਡੀ ਉਹਨਾਂ ਨਾਲ ਰਿਲੇਸ਼ਨਸ਼ਿਪ ਲੌਂਗ ਟਰਮ ਰਵੇ ਤੇ ਉਹ ਵੀ ਆਪਦੇ ਬਿਜ਼ਨਸ ਦੇ ਵਿੱਚ ਸਕਸੈਸਫੁਲ ਹੋਣ ਜੀ। ਸੋ ਉਹਦੇ ਵਿੱਚ ਸਾਡੀ ਅਪਰੋਚ ਕੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਆਪਦੇ ਕਲਾਇੰਟ ਨੂੰ ਮਿਲਦੇ ਹਾਂ, ਅਸੀਂ ਪਹਿਲਾਂ ਉਹਨਾਂ ਨੂੰ ਸੁਣਦੇ ਹਾਂ, ਪਹਿਲਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਕੀ ਚਾਹੀਦਾ ਸਾਡੇ ਤੋਂ। ਉਹਨਾਂ ਦਾ ਪਲਾਨ ਪੁੱਛਦੇ, ਉਹਨਾਂ ਦਾ ਬਿਜ਼ਨਸ ਪਲਾਨ ਪੁੱਛਦੇ, ਉਹਨਾਂ ਦੇ ਗੋਲਸ ਕੀ ਨੇ ਫਿਊਚਰ ਦੇ, ਕਿ ਉਹ ਕਿਸ ਤਰ੍ਹਾਂ ਨਾਲ ਆਪਦਾ ਬਿਜ਼ਨਸ ਗਰੋ ਕਰਨਾ ਚਾਹੁੰਦੇ ਨੇ। ਅਸੀਂ ਉਹਨਾਂ ਤੋਂ ਆਈਡੀਆ ਲੈ ਕੇ ਫਿਰ ਅਸੀਂ ਸਾਡੀ ਟੀਮ, ਸਾਡੀ ਜਿਹੜੀ ਵੀ ਐਕਸਪਰਟ ਹੁੰਦੇ ਨੇ ਉਸ ਫੀਲਡ ਦੇ ਵਿੱਚ, ਉਹ ਬੈਠ ਕੇ ਸੋਚਦੇ ਨੇ ਕਿ ਅਸੀਂ ਕਿਸ ਤਰ੍ਹਾਂ ਨਾਲ ਇਹਨਾਂ ਨੂੰ ਹੈਲਪ ਕਰ ਸਕਦੇ ਹਾਂ ਤੇ ਬੈਸਟ ਟੂ ਬੈਸਟ ਕਿਹੜਾ ਪਲਾਨ ਇਹਨਾਂ ਨੂੰ ਲੈ ਕੇ ਦੇ ਸਕਦੇ ਹਾਂ ਜੀ। ਤੇ ਸਾਡਾ ਲਾਸਟ ਸਟੈਪ ਹੁੰਦਾ ਹੀ ਡਿਲੀਵਰ ਜੀ। ਸੋ ਵੀ ਡਿਲੀਵਰ ਅ ਪ੍ਰੈਜੈਂਟੇਸ਼ਨ ਟੂ ਅਵਰ ਕਲਾਇੰਟਸ। ਅਸੀਂ ਕਲਾਇੰਟ ਨੂੰ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਦਿੰਦੇ ਹਾਂ ਕਿ ਜਿੱਥੇ ਉਹਨਾਂ ਦੇ ਇੰਸ਼ੋਰੈਂਸ ਕਵਰੇਜਸ ਦੇ ਗੈਪ ਨੇ ਕਿ ਅਸੀਂ ਉਹ ਫੁੱਲਫਿਲ ਕਰ ਸਕੀਏ। ਸੋ ਜਿਹੜੀ ਕਰੰਟ ਇੰਸ਼ੋਰੈਂਸ ਪਾਲਿਸੀ ਚੱਲ ਰਹੀ ਆ ਉਹ 'ਚ ਕੀ ਗੈਪਸ ਨੇ ਉਹਨਾਂ ਦੇ। ਸੋ ਸਾਡਾ ਮੇਨ ਫੋਕਸ ਇਹੀ ਹੁੰਦਾ ਕਿ ਕੱਲ੍ਹ ਨੂੰ ਜੇ ਉਹਨਾਂ ਦਾ ਕੋਈ ਕਲੇਮ ਹੁੰਦਾ ਤਾਂ ਉਹ ਕਲੇਮ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਤੇ ਐਟ ਦ ਸੇਮ ਟਾਈਮ ਸਾਡਾ ਫੋਕਸ ਇਹ ਵੀ ਹੁੰਦਾ ਕਿ ਉਹਨਾਂ ਨੂੰ ਬੈਸਟ ਤੋਂ ਬੈਸਟ ਪ੍ਰਾਈਜ਼ ਮਿਲੇ ਜੀ। ਡੈਫੀਨੇਟਲੀ ਜਦੋਂ ਅਸੀਂ ਇੰਸ਼ੋਰੈਂਸ ਲੈਣ ਆਉਂਦੇ ਹਾਂ, ਭਾਵੇਂ ਉਹ ਲਾਈਫ ਦੀ ਆ, ਚਾਹੇ ਉਹ ਮੈਡੀਕਲ ਆ ਜਾਂ ਟਰੱਕਿੰਗ ਵਾਸਤੇ ਆ, ਤੇ ਸਾਡਾ ਮਕਸਦ ਇਹੀ ਹੁੰਦਾ ਵੀ ਇਨ ਕੇਸ ਕੁਝ ਹੈਪਨ ਹੋ ਜੇ ਤੇ ਉਹਦੀ ਜਿਹੜੀ ਕਵਰੇਜ ਆ, ਉਹਦੀ ਜਿਹੜਾ ਕਲੇਮ ਆ, ਉਹ ਬੈਟਰ ਮਿਲ ਜਾਵੇ। ਹਾਂਜੀ, ਐਗਜ਼ੈਕਟਲੀ। ਸੋ ਇਹੀ ਸਾਡਾ ਮੇਨ ਫੋਕਸ ਹੁੰਦਾ ਕਿ ਕਲਾਇੰਟਸ ਨੂੰ ਸਹੀ ਕਵਰੇਜ ਮਿਲੇ। ਇਹ ਨਹੀਂ ਹੈ ਇਕੱਲਾ ਪ੍ਰਾਈਜ਼ ਹੀ ਉਹਨਾਂ ਨੂੰ ਸੇਵ ਕਰਤਾ ਅਸੀਂ। ਵੀ ਡੋਂਟ ਵਰਕ ਔਨ ਪ੍ਰਾਈਜ਼, ਵੀ ਵਰਕ ਔਨ ਸਰਵਿਸ। ਸਾਡੀ ਮੇਨ ਸਾਡਾ ਫੋਕਸ ਹੁੰਦਾ ਕਿ ਅਸੀਂ ਕਲਾਇੰਟਸ ਨੂੰ ਸਰਵਿਸ ਵਧੀਆ ਦੇਵੇ। ਬਿਲਕੁਲ ਰਾਈਟ। ਪ੍ਰਾਈਜ਼ ਤਾਂ ਕੋਈ ਵੀ ਬੀਟ ਕਰ ਸਕਦਾ ਕਹਿ ਕੇ ਕੀ ਫੁੱਲ ਕਵਰੇਜ ਹੈ, ਪਰ ਇਟਸ ਮੋਸਟ ਇੰਪੋਰਟੈਂਟ ਕਿ ਕਲਾਇੰਟ ਨਾਲ ਗੱਲ ਕਰਕੇ ਉਹਨਾਂ ਨੂੰ ਕੀ ਕਵਰੇਜ ਚਾਹੀਦੀ ਹੈ ਜੀ। ਰਾਈਟ। ਸੋ ਇਹ ਇੰਪੋਰਟੈਂਟ ਸਾਡਾ ਆਲਵੇਜ਼ ਕੰਸਰਨ ਹੁੰਦਾ ਕਲਾਇੰਟਸ ਲਈ ਕਿ ਉਹਨਾਂ ਨੂੰ ਅਸੀਂ ਬੈਸਟ ਕਵਰੇਜ ਦਈਏ। ਠੀਕ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਟਰੱਕਿੰਗ ਇੰਡਸਟਰੀ ਦੀ, ਮੇਰੇ ਖੁਦ ਕੁਝ ਦੋਸਤ ਮਿੱਤਰ ਟਰੱਕਿੰਗ ਇੰਡਸਟਰੀ ਵਿੱਚ ਹੈਗੇ ਨੇ। ਮੈਂ ਖੁਦ ਫੀਲ ਕੀਤਾ ਵਾ, ਰੀਅਲਾਈਜ਼ ਕੀਤਾ ਵਾ ਕਿ ਫ੍ਰੀਕੁਐਂਟਲੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਕਲਾਇੰਟਸ ਨੇ ਉਹ ਇੰਸ਼ੋਰੈਂਸ ਕੰਪਨੀਜ਼ ਨੂੰ ਚੇਂਜ ਕਰਦੇ ਰਹਿੰਦੇ ਨੇ। ਕੀ ਕਾਰਨ ਹੋ ਸਕਦਾ ਇਹਦਾ? ਆਈ ਥਿੰਕ ਦ ਮੇਨ ਰੀਜ਼ਨ ਆਲਵੇਜ਼ ਇਹੀ ਹੁੰਦਾ ਕਿ ਸਰਵਿਸ ਤੁਹਾਨੂੰ ਨਹੀਂ ਮਿਲਦੀ ਤੁਹਾਡੇ ਬ੍ਰੋਕਰਸ ਤੋਂ। ਠੀਕ ਹੈ। ਰਾਈਟ। ਕਈ ਵਾਰੀ ਤੁਹਾਨੂੰ ਇੱਕ ਸਿੰਪਲ ਇੱਕ ਡੈਡੀਕੇਟਡ ਇੱਕ ਬ੍ਰੋਕਰ ਦਿੱਤਾ ਜਾਂਦਾ ਹੈ ਕਿ ਉਹ ਤੁਹਾਨੂੰ ਹੈਲਪ ਕਰੇ। ਸੋ ਲੈਟਸ ਸੇ ਫॉर ਐਗਜ਼ਾਮਪਲ ਉਹ ਬ੍ਰੋਕਰ ਨਹੀਂ ਆਇਆ ਉਸ ਦਿਨ, ਜਾਂ ਉਹ ਬਿਜ਼ੀ ਹੈ ਕਿਸੇ ਹੋਰ ਚੀਜ਼ ਲਈ, ਸੋ ਨੋ ਟਾਈਮ ਤੇ ਸਰਵਿਸ ਨਹੀਂ ਮਿਲਦੀ। ਤੇ ਇਟਸ ਵੈਰੀ ਇੰਪੋਰਟੈਂਟ ਫॉर ਆਵਰ ਟਰੱਕਿੰਗ ਕਲਾਇੰਟਸ ਜਾਂ ਜਿਹੜੇ ਟਰੱਕਿੰਗ ਇੰਡਸਟਰੀ 'ਚ ਨੇ ਆਪਣੇ, ਬਿਲਕੁਲ ਉਹਨਾਂ ਨੂੰ ਸਰਵਿਸ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਉਹਨਾਂ ਨੇ ਐਵਰੀ ਡੇ ਡਿਫਰੈਂਟ ਲੋਡਸ ਪਿਕ ਕਰਨੇ ਨੇ। ਔਨ ਦੀ ਸਪੌਟ ਸਰਵਿਸ ਚਾਹੀਦੀ ਹੁੰਦੀ ਹੈ। ਐਗਜ਼ੈਕਟਲੀ। ਸੋ ਜੇ ਉਹਨਾਂ ਨੇ ਅੱਜ ਉਹ ਸੋਬਿਸ ਜਾਂ ਵਾਲਮਾਰਟ 'ਚ ਨੇਗੇ ਤੇ ਉੱਥੋਂ ਦਾ ਲੋਡ ਪਿਕ ਕਰਨਾ, ਤਾਂ ਵਾਲਮਾਰਟ ਨੀਡਸ ਟੂ ਮੇਕ ਸ਼ੋਰ ਕਿ ਇਹਨਾਂ ਕੋਲ ਇੰਸ਼ੋਰੈਂਸ ਪ੍ਰੋਪਰ ਹੈਗੀ ਆ ਜੀ। ਤੇ ਇੰਸ਼ੋਰੈਂਸ ਪ੍ਰੋਪਰ ਉਹਨਾਂ ਨੂੰ ਦਿਖਾਉਣ ਲਈ ਉਹਨਾਂ ਨੇ ਆਪਦੇ ਬ੍ਰੋਕਰ ਨੂੰ ਕਾਲ ਕਰਨੀ ਹੈ ਤੇ ਇੱਕ ਸਰਟੀਫਿਕੇਟ ਦੇਣਾ, ਤੇ ਉਹ ਸਰਟੀਫਿਕੇਟ ਹੀ ਟਾਈਮ ਤੇ ਨਹੀਂ ਮਿਲਿਆ ਤਾਂ ਉਹਨੇ ਲੋਡ ਨਹੀਂ ਪਿਕ ਕਰ ਸਕਦਾ। ਬਿਲਕੁਲ। ਸੋ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਜਿਵੇਂ ਮੈਂ ਤੁਹਾਨੂੰ ਅੱਗੇ ਐਕਸਪਲੇਨ ਕਰਦਾ ਕਿ ਅਸੀਂ ਸਰਵਿਸ ਦੇ ਬੇਸਿਸ ਤੇ ਕੰਮ ਕਰਦੇ ਹਾਂ, ਅਸੀਂ ਪ੍ਰਾਈਸ ਦੇ ਬੇਸਿਸ ਤੇ ਨਹੀਂ ਕੰਮ ਕਰਦੇ। ਸੋ ਇਸ ਲਈ ਸਾਨੂੰ ਮੋਸਟਲੀ ਜਿਹੜੇ ਕਲਾਇੰਟ ਚੇਂਜ ਕਰਦੇ ਨੇ ਆਪਦੇ ਬ੍ਰੋਕਰ, ਇਹ ਬਿਕੋਜ਼ ਕਿ ਉਹਨਾਂ ਨੂੰ ਸਰਵਿਸ ਨਹੀਂ ਸਹੀ ਮਿਲਦੀ। ਆਈ ਥਿੰਕ ਇਹੀ ਮੈਨੂੰ ਮੇਨ ਰੀਜ਼ਨ ਮੈਂ ਆਪਦੇ ਪਿਛਲੇ ਕਈ ਸਾਲਾਂ 'ਚ ਦੇਖਿਆ, ਹੋਰ ਇਹਨਾਂ ਕੋਈ ਮੇਨ ਰੀਜ਼ਨ ਨਹੀਂ ਹੁੰਦਾ। ਫਿਰ ਜਿਹੜੀ ਇੱਕ ਇੰਸ਼ੋਰੈਂਸ ਕੰਪਨੀ ਆ, ਤੁਸੀਂ ਮੇਕ ਸ਼ੋਰ ਕਿਵੇਂ ਕਰਦੇ ਜੇ ਵੀ ਤੁਹਾਡੇ ਕਲਾਇੰਟ ਜਿਹੜੇ ਆ ਉਹ ਫ੍ਰੀਕੁਐਂਟਲੀ ਚੇਂਜ ਨਾ ਕਰਨ ਔਰ ਤੁਹਾਡੇ ਨਾਲ ਰਿਟੇਨ ਕਰ ਸਕਣ? ਦੇਖੋ ਜੀ, ਅਸੀਂ ਮੇਕ ਸ਼ੋਰ ਇਹੀ ਕਰਦੇ ਹਾਂ ਕਿ ਸਾਡੀ ਡੈਡੀਕੇਟਡ ਟੀਮ ਹੈ ਹਰੇਕ ਫੀਲਡ ਦੇ ਵਿੱਚ, ਸਟਾਰਟਿੰਗ ਫਰੋਮ ਸੇਲਸ ਟੂ ਸਰਵਿਸ ਐਂਡ ਰਿਲੇਸ਼ਨਸ਼ਿਪ ਵਿਦ ਦ ਕਲਾਇੰਟਸ ਜੀ। ਸੋ ਜਦੋਂ ਕੋਈ ਕਲਾਇੰਟ ਸਾਡੇ ਆਫਿਸ ਦੇ ਵਿੱਚ ਆਉਂਦਾ, ਪਹਿਲਾਂ ਸੇਲਸ ਟੀਮ ਉਹਨੂੰ ਮਿਲਦੀ ਹੈ, ਉਹਨਾਂ ਦੀ ਪਾਲਿਸੀ ਸੈਟਅਪ ਕਰਦੀ ਨੇ। ਜਦੋਂ ਸਾਡਾ ਕਲਾਇੰਟ ਬਣ ਜਾਂਦਾ ਦੈਨ ਉਹ ਕਲਾਇੰਟ ਸਾਡੀ ਸਰਵਿਸ ਟੀਮ ਵੱਲ ਮੂਵ ਹੋ ਜਾਂਦਾ।
ਬਿਲਕੁਲ। ਤੇ ਜਿਹੜਾ ਸਾਡਾ ਰਿਲੇਸ਼ਨਸ਼ਿਪ ਮੈਨੇਜਰ ਆਫਿਸ ਦੇ ਵਿੱਚ ਉਹ ਸਾਡੇ ਕਲਾਇੰਟਸ ਨੂੰ ਫ੍ਰੀਕੁਐਂਟਲੀ ਬੇਸਿਸ ਤੇ ਐਵਰੀ ਅਦਰ ਮੰਥ ਜਾਂ 3 ਮਹੀਨਿਆਂ ਬਾਅਦ ਕੁਆਰਟਰਲੀ ਉਹ ਸਾਡੇ ਕਲਾਇੰਟਸ ਨੂੰ ਕਾਲ ਕਰਦਾ ਹੈ ਜਸਟ ਟੂ ਮੇਕ ਸ਼ੋਰ ਕਿ ਉਹ ਹੈਪੀ ਨੇ, ਸਾਡੇ ਨਾਲ ਸੈਟੀਸਫਾਈਡ ਨੇ ਸਾਡੀ ਸਰਵਿਸ ਤੋਂ। ਇਨ ਕੇਸ ਸਾਨੂੰ ਕੋਈ ਇਹੋ ਜਿਹਾ ਬੈਡ ਰਿਵਿਊ ਮਿਲਦਾ ਵੀ ਮੇਕ ਸ਼ੋਰ ਕਿ ਅਸੀਂ ਉਹ ਟਾਈਮ ਨਾਲ ਚੇਂਜ ਕਰ ਲਈਏ ਇਹ ਤੋਂ ਪਹਿਲਾਂ ਕਿ ਕਲਾਇੰਟ ਸਾਨੂੰ ਕਰੇ ਅਸੀਂ ਆਪ ਹੀ ਪੁੱਛ ਲਈਏ। ਐਗਜ਼ੈਕਟਲੀ, ਕਲਾਇੰਟ ਸਾਨੂੰ ਚੇਂਜ ਕਰ ਲਏ, ਅਸੀਂ ਉਹਨਾਂ ਲਈ ਬੈਟਰ ਸਰਵਿਸ ਸ਼ੁਰੂ ਪ੍ਰੋਵਾਈਡ ਕਰੀਏ। ਮਤਲਬ ਕਿ ਸਰਵਿਸ ਆਫਟਰ ਸੇਲ ਇਜ਼ ਵੈਰੀ ਇੰਪੋਰਟੈਂਟ ਫੈਕਟਰ ਇਨ ਇੰਸ਼ੋਰੈਂਸ ਇੰਡਸਟਰੀ। ਐਗਜ਼ੈਕਟਲੀ। ਤੇ ਕਮਰ ਜੀ ਗੱਲਬਾਤ ਹੋਰ ਕਰਨੀ ਆਪਾਂ ਇੰਸ਼ੋਰੈਂਸ ਨਾਲ ਰਿਲੇਟਡ। ਇੱਥੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਵਾ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਦਰਸ਼ਕਾਂ ਦੇ ਨਾਲ ਆਪਣਾ ਸੰਪਰਕ ਨੰਬਰ ਜ਼ਰੂਰ ਸਾਂਝਾ ਕਰ ਦਿਓ ਜੀ। ਹਾਂਜੀ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਏਕਨ ਇੰਸ਼ੋਰੈਂਸ ਦੇ ਜੇ ਤੁਸੀਂ ਕੰਟੈਕਟ ਇਨਫੋਰਮੇਸ਼ਨ ਲੈਣੀ ਹੈ, ਸਾਡੇ 3 ਆਫਿਸਿਸ ਨੇ। ਯੂ ਕੈਨ ਗੋ ਟੂ ਐਨੀ ਕਲੋਜ਼ੈਸਟ ਬ੍ਰਾਂਚ ਟੂ ਯੂ। ਉਹ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਵਿਚ ਇਜ਼ www.akaninsurance.ca। ਉੱਥੇ ਕੰਟੈਕਟ ਪੇਜ ਤੇ ਜਾਓ ਤੇ ਤੁਹਾਨੂੰ 3 ਲੋਕੇਸ਼ਨਸ ਦੀ ਇਨਫੋਰਮੇਸ਼ਨ ਮਿਲ ਜੂਗੀ ਵਿਦ देयर ਐਡਰੈਸ, ਈਮੇਲ ਐਂਡ ਫੋਨ ਨੰਬਰ। ਪਰ ਸਾਡੇ ਹੈੱਡ ਆਫਿਸ ਦਾ ਜਿਹੜਾ ਮੇਨ ਫੋਨ ਨੰਬਰ ਹੈ ਉਹ ਹੈਗਾ 7804230909। ਸੋ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਜੀ, ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਸੀ ਏਕਨ ਇੰਸ਼ੋਰੈਂਸ ਤੋਂ ਸਰਦਾਰ ਕਮਰ ਬੋਲਾ ਜੀ ਦੇ ਨਾਲ। ਭਾਜੀ ਆਪਾਂ ਗੱਲਬਾਤ ਕਰ ਚੁੱਕੇ ਟਰੱਕਿੰਗ ਇੰਡਸਟਰੀ ਬਾਰੇ। ਟਰੱਕਿੰਗ ਇੰਡਸਟਰੀ ਤੋਂ ਇਲਾਵਾ ਜਨਰਲ ਇੰਸ਼ੋਰੈਂਸ ਦੇ ਵਿੱਚ ਅਗਰ ਗੱਲ ਕਰੀਏ ਤੇ ਹੋਟਲਸ, ਰੈਸਟੋਰੈਂਟ, ਮੋਟਲਸ, ਡੇ ਕੇਅਰ, ਲਿਕਰ ਸਟੋਰ, ਇਹਨਾਂ ਇੰਡਸਟਰੀ ਦੇ ਵਿੱਚ ਵੀ ਆਪਣੀ ਕਮਿਊਨਿਟੀ ਕਾਫੀ ਇਨਵੋਲਵਡ ਆ। ਇਹਨਾਂ ਵਿੱਚ ਇੰਸ਼ੋਰੈਂਸ ਦੀ ਕਿੰਨੀ ਕੁ ਅਹਿਮੀਅਤ ਆ, ਔਰ ਜਦੋਂ ਤੁਸੀਂ ਇਹਨਾਂ ਫੀਲਡਸ ਦੇ ਵਿੱਚ ਇੰਸ਼ੋਰੈਂਸ ਦਿੰਦੇ ਜੇ ਤੇ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ? ਹਾਂਜੀ, ਨਹੀਂ ਐਗਜ਼ੈਕਟਲੀ ਤੁਸੀਂ ਸਹੀ ਕਿਹਾ ਕਿ ਸਾਡੇ ਕੋਲ ਵੀ ਬਹੁਤ ਕਲਾਇੰਟ ਨੇ ਇਸ ਫੀਲਡ ਦੇ ਵਿੱਚ, ਜਿਸ ਵਿੱਚ ਰੈਸਟੋਰੈਂਟਸ, ਡੇ ਕੇਅਰਸ, ਹੋਟਲ, ਮੋਟਲਸ, ਹੋਰ ਵੀ ਡਿਫਰੈਂਟ ਤਰ੍ਹਾਂ ਦੇ ਬਿਜ਼ਨਸਿਸ ਆ ਜਾਂਦੇ ਨੇਗੇ ਜੀ। ਸੋ ਐਵਰੀ ਬਿਜ਼ਨਸ ਉਹਦੇ ਹਰੇਕ ਬਿਜ਼ਨਸ ਦੇ ਡਿਫਰੈਂਟ ਤਰ੍ਹਾਂ ਦੇ ਇੰਸ਼ੋਰੈਂਸ ਪਲਾਨਸ ਹੁੰਦੇ ਨੇ। ਬਿਲਕੁਲ। ਜੇ ਆਪਾਂ ਇੱਕ ਦੋ ਬਿਜ਼ਨਸਿਸ ਨੂੰ ਪਿਕ ਕਰੀਏ, ਫੋਰ ਐਗਜ਼ਾਮਪਲ ਰੈਸਟੋਰੈਂਟ ਦੇ ਵਿੱਚ, ਤਾਂ ਰੈਸਟੋਰੈਂਟ ਦੇ ਵਿੱਚ ਸਾਨੂੰ ਇੰਸ਼ੋਰੈਂਸ ਦੀ ਕਿਉਂ ਲੋੜ ਹੈ? ਰੈਸਟੋਰੈਂਟ ਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਰੀਜ਼ਨ ਇੰਸ਼ੋਰੈਂਸ ਲੈਣ ਦਾ ਕਿ ਉੱਥੇ ਸਲਿਪ ਐਂਡ ਫਾਲ ਹੋ ਸਕਦਾ, ਥੋੜਾ ਕੋਈ ਬੰਦਾ ਉੱਥੇ ਫੂਡ ਖਾਣ ਗਿਆ, ਉੱਥੇ ਡਿੱਗ ਪਿਆ। ਸੈਕੰਡਲੀ ਫੂਡ ਪੋਇਜ਼ਨਿੰਗ ਹੋ ਗਈ ਕਿਸੇ ਨੂੰ, ਉੱਥੋਂ ਦੇ ਫੂਡ ਗਲਤ, ਉਹਨਾਂ ਦਾ ਐਕਸਪਾਇਰੀ ਫੂਡ ਰਹਿ ਗਿਆ, ਕੁਛ ਵੀ ਹੋ ਗਿਆ, ਉਹਨਾਂ ਨਾਲ ਫੂਡ ਪੋਇਜ਼ਨਿੰਗ ਹੋ ਗਈ, ਸੂ ਕਰ ਸਕਦੇ ਨੇ। ਐਗਜ਼ੈਕਟਲੀ, ਉਹ ਸੂ ਕਰ ਸਕਦੇ ਨੇ, ਜਿਹਦੇ ਲਈ ਸਾਨੂੰ ਕਮਰਸ਼ੀਅਲ ਜਨਰਲ ਲਾਇਬਿਲਿਟੀ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ। ਸੋ ਕਮਰਸ਼ੀਅਲ ਜਨਰਲ ਲਾਇਬਿਲਿਟੀ ਇਜ਼ ਅ ਮਸਟ ਕਵਰੇਜ ਫॉर ਐਨੀ ਬਿਜ਼ਨਸ ਜਦੋਂ ਕੋਈ ਬੰਦਾ ਬਿਜ਼ਨਸ ਖੋਲ੍ਹਦਾ ਹੈਗਾ। ਉਸ ਤੋਂ ਬਾਅਦ ਰੈਸਟੋਰੈਂਟਸ ਲਈ ਫੋਰ ਐਗਜ਼ਾਮਪਲ ਕਿਚਨ ਹੁੰਦੀ ਹੈ ਵਿਚ ਇਜ਼ ਅ ਬਿਗ ਹੈਜ਼ਰਡ, ਉੱਥੋਂ ਅੱਗ ਲੱਗ ਸਕਦੀ ਹੈ, ਸੋ ਤੁਹਾਨੂੰ ਫਾਇਰ ਕਵਰੇਜ ਚਾਹੀਦੀ ਹੈ ਉਸ ਲਈ ਜੀ। ਸੋ ਦੇਰ ਡਿਫਰੈਂਟ ਟਾਈਪ ਆਫ ਕਵਰੇਜਿਸ ਜਿਹੜੀਆਂ ਰੈਸਟੋਰੈਂਟ ਓਨਰ ਜਾਂ ਕੋਈ ਵੀ ਬਿਜ਼ਨਸ ਓਨਰ ਲੈ ਸਕਦਾ, ਜਿਸ ਵਿੱਚ ਕਮਰਸ਼ੀਅਲ ਜਨਰਲ ਲਾਇਬਿਲਿਟੀ ਇਜ਼ ਇੰਪੋਰਟੈਂਟ, ਬਿਲਡਿੰਗ ਕਵਰੇਜ, ਫਾਇਰ ਕਵਰੇਜ, ਆਲ ਪੈਰਲ ਕਵਰੇਜ ਇਜ਼ ਇੰਪੋਰਟੈਂਟ। ਉੱਥੋਂ ਦਾ ਸਟਾਕ, ਤੁਹਾਡੇ ਕੋਲ ਜਿਹੜਾ ਸਟਾਕ ਹੈ ਜਿਹਨਾਂ ਤੁਸੀਂ ਫੂਡ ਬਣਾਉਣਾ, ਅੱਗੇ ਸਰਵ ਕਰਨਾ ਫੂਡ, ਉਹ ਇੰਪੋਰਟੈਂਟ ਹੈ, ਉਹਦੀ ਕਵਰੇਜ ਲੈਣੀ। ਇਕਵਿਪਮੈਂਟਸ ਹੋ ਸਕਦੇ ਵੱਖ-ਵੱਖ ਤਰ੍ਹਾਂ ਦੇ। ਐਗਜ਼ੈਕਟਲੀ, ਇਕਵਿਪਮੈਂਟਸ ਹੋ ਗਈਆਂ, ਕੰਟੈਂਟਸ ਹੋ ਗਏ, ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ। ਪਰ ਇੱਕ ਸਭ ਤੋਂ ਇੰਪੋਰਟੈਂਟ ਕਵਰੇਜ ਜਿਹੜੀ ਕਿ ਲੋਟ ਆਫ ਸਾਡਾ ਮੇਨ ਫੋਕਸ ਇਹੀ ਹੁੰਦਾ ਹੈ ਕਿ ਅਸੀਂ ਐਜੂਕੇਟ ਕਰੀਏ ਆਪਣੇ ਕਲਾਇੰਟਸ ਨੂੰ। ਕਈ ਵਾਰੀ ਸਾਡੇ ਕੋਲ ਕਲਾਇੰਟ ਆਉਂਦੇ ਨੇ, ਉਹਨਾਂ ਨੂੰ ਕਈ ਕਵਰੇਜਸ ਦਾ ਪਤਾ ਹੀ ਨਹੀਂ ਹੁੰਦਾ। ਉਹ ਕਹਿੰਦੇ ਨੇ ਕਿ ਸਾਨੂੰ ਫੁੱਲ ਕਵਰੇਜ ਦੇ ਦਿਓ ਜਾਂ ਸਾਨੂੰ ਮੈਚ ਕਰ ਦਿਓ, ਪਰ ਸਾਡਾ ਫੋਕਸ ਇਹੀ ਹੁੰਦਾ ਕਿ ਜੇ ਤੁਹਾਨੂੰ ਉਹ 'ਚ ਕਵਰੇਜ ਗੈਪ ਹੈ, ਉਹੀ ਸਾਡਾ ਮੇਨ ਫੋਕਸ ਹੈ ਕਿ ਉਹ ਗੈਪ ਨੂੰ ਕਵਰ ਕਰਨਾ ਜੀ। ਸੋ ਲੋਟ ਆਫ ਕਲਾਇੰਟਸ ਨੂੰ ਸਾਨੂੰ ਨਹੀਂ ਪਤਾ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਿਜ਼ਨਸ ਇੰਟਰਪਸ਼ਨ ਕਵਰੇਜ ਕੀ ਚੀਜ਼ ਹੁੰਦੀ ਆ। ਅੱਛਾ ਜੀ। ਕੱਲ੍ਹ ਨੂੰ ਤੁਹਾਡੇ ਰੈਸਟੋਰੈਂਟ ਨੂੰ ਲੈਟਸ ਸੇ ਅੱਗ ਲੱਗ ਜਾਂਦੀ ਆ, ਸੋ ਰੈਸਟੋਰੈਂਟ ਅੱਗ ਲੱਗੀ ਤਾਂ ਉਹਨੂੰ ਰੀਕਨਸਟਰਕਸ਼ਨ ਤਾਂ ਹੋਣੀ ਆ। ਸੋ ਰੀਕਨਸਟਰਕਸ਼ਨ ਜਦੋਂ ਹੋਣੀ ਆ, ਤੁਹਾਡੇ ਕੋਲ ਕੋਈ ਕਲਾਇੰਟ ਨਹੀਂ ਆਉਣਾ, ਟਾਈਮ ਲੱਗੇਗਾ ਉਹਨੂੰ। ਸੋ 8-10 ਮਹੀਨੇ ਲੱਗ ਜਾਣਗੇ ਸਾਰਾ ਰੀਕਨਸਟਰਕਸ਼ਨ ਹੋਣ ਲਈ, ਡੋਰ ਦੁਬਾਰੇ ਖੋਲ੍ਹਣ ਲਈ, ਦੁਬਾਰੇ ਤੁਸੀਂ ਆਪਦੇ ਕਲਾਇੰਟਸ ਨੂੰ ਅੰਦਰ ਲਿਆਉਣ ਲਈ, ਰਾਈਟ। ਸੋ ਜਿਹੜੇ 8 ਮਹੀਨੇ ਆ ਉਹ ਤੁਸੀਂ ਕਿਵੇਂ ਸਰਵਾਈਵ ਕਰੋਗੇ? ਬਿਲਕੁਲ, ਰਾਈਟ। ਤੁਹਾਡੀ ਜਿਹੜੀ ਇਨਕਮ ਆ ਰਹੀ ਸੀ, ਤੁਸੀਂ ਫਾਇਰ ਤੋਂ ਪਹਿਲਾਂ 8-10 ਹਜ਼ਾਰ, 15 ਹਜ਼ਾਰ, 20 ਹਜ਼ਾਰ ਲੈ ਕੇ ਆ ਰਹੇ ਸੀ, ਉਹ ਤਾਂ ਬੰਦ ਹੋ ਜਾਏਗੀ। ਕਈ ਚੀਜ਼ਾਂ ਨੇ, ਇਨਕਮ ਆ, ਤੁਹਾਡੇ EMPLOYEES ਦੀ ਪੇਮੈਂਟ ਆ, ਸੋ ਬੰਦ ਹੋ ਜਾਣਗੀਆਂ। ਸੋ ਉਹ ਬਿਜ਼ਨਸ ਇੰਟਰਪਸ਼ਨ ਕਵਰੇਜ ਇਹ ਚੀਜ਼ਾਂ ਨੂੰ ਕਵਰ ਕਰਦੀ ਹੈ ਕਿ ਜਿਹਦੇ ਵਿੱਚ ਲੋਟ ਆਫ ਨਹੀਂ ਪਤਾ ਹੁੰਦਾ ਆਪਣੇ ਬਿਜ਼ਨਸ ਓਨਰਸ ਨੂੰ। ਸੋ ਇਹ ਚੀਜ਼ਾਂ ਸਾਡਾ ਇਹ ਫਰਜ਼ ਬਣਦਾ ਹੈ ਐਜ਼ ਅ ਐਕਸਪਰਟ ਕਿ ਉਹਨਾਂ ਨੂੰ ਐਡਵਾਈਸ ਦੇਣੀ ਕਿ ਸਹੀ ਤੁਹਾਡੇ ਲਈ ਕਵਰੇਜ ਕੀ ਹੈ। ਸੋ ਬਿਜ਼ਨਸ ਇੰਟਰਪਸ਼ਨ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਕਵਰੇਜਿਸ ਜਿਹੜੀਆਂ ਕਿ ਹਰੇਕ ਨੂੰ ਲੈਣੀ ਚਾਹੀਦੀ ਹੈ, ਡਜ਼ਨਟ ਮੈਟਰ ਵਿਚ ਬਿਜ਼ਨਸ ਯੂ ਆਰ ਇਨ। ਬਿਲਕੁਲ ਜੀ, ਤੁਸੀਂ ਮੇਰੀ ਨੌਲੇਜ ਦੇ ਵਿੱਚ ਵਾਧਾ ਕੀਤਾ ਹੈ, ਮੈਨੂੰ ਨਹੀਂ ਸੀ ਪਤਾ ਇਹ ਟਰਮ ਕੀ ਐਗਜ਼ੈਕਟਲੀ ਮੀਨ ਕਰਦੀ ਹੈ। ਹਾਂਜੀ, ਸੋ ਬਿਜ਼ਨਸ ਇੰਟਰਪਸ਼ਨ ਐਂਡ ਦੈਨ ਇਫ ਵੀ ਮੂਵ ਟੁਵਰਡਸ ਡੇ ਕੇਅਰ। ਹੁਣ ਡੇ ਕੇਅਰ ਦੇ ਵਿੱਚ ਐਵਰੀਵਨ ਥਿੰਕਸ ਅਬਾਊਟ ਕਿ ਹਾਂਜੀ ਉਹੀ ਜਨਰਲ ਲਾਇਬਿਲਿਟੀ ਲੈ ਲਈਏ, ਸਾਡੀ ਬਿਲਡਿੰਗ ਦੀ ਕਵਰੇਜ ਲੈ ਲਈਏ, ਇਕਵਿਪਮੈਂਟ ਸਟਾਕ ਦੀ ਕਵਰੇਜ ਲੈ ਲਈਏ, ਕੰਟੈਂਟਸ ਦੀ ਕਵਰੇਜ ਲੈ ਲਈਏ, ਪਰ ਇਹਨਾਂ ਨੂੰ ਪਤਾ ਕਿ ਡੇ ਕੇਅਰ ਦੇ ਵਿੱਚ ਮੋਸਟ ਇੰਪੋਰਟੈਂਟ ਕਵਰੇਜ ਹੁੰਦੀ ਹੈ ਕਿ ਚਾਈਲਡ ਅਬਿਊਜ਼।
ਬਿਲਕੁਲ ਹਿਊਮਨ ਲਾਈਫਸ ਉੱਥੇ ਐਗਜ਼ੈਕਟਲੀ। ਸੋ ਉੱਥੇ ਅਬਿਊਜ਼ ਹੋ ਸਕਦੇ ਨੇ ਤੁਹਾਡਾ, ਈਵਨ ਦੋ ਓਨਰ ਨਹੀਂ ਕਰ ਸਕਦਾ ਪਰ ਉੱਥੋਂ ਦੇ EMPLOYEE ਕਈ ਵਾਰੀ ਫਰਸਟ੍ਰੇਟ ਹੋ ਜਾਂਦੇ ਨੇ, ਅਬਿਊਜ਼ ਕਰਦੇ ਨੇ ਚਾਈਲਡ ਤੇ, ਉਹ ਕਵਰੇਜ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ। ਐਰਨੋਮੇਸ਼ਨ ਕਵਰੇਜ ਬਹੁਤ ਇੰਪੋਰਟੈਂਟ ਹੈ ਐਜ਼ ਅ ਡੇ ਕੇਅਰ। ਸੋ ਇਹ ਚੀਜ਼ਾਂ ਅਸੀਂ ਜਿਵੇਂ ਤੁਹਾਨੂੰ ਅੱਗੇ ਐਕਸਪਲੇਨ ਕੀਤਾ, ਅਸੀਂ ਸਰਵਿਸ ਦੇ ਬੇਸਿਸ ਤੇ ਕੰਮ ਕਰਦੇ ਹਾਂ, ਅਸੀਂ ਪ੍ਰਾਈਸ ਦੇ ਬੇਸਿਸ ਤੇ ਕੰਮ ਨਹੀਂ ਕਰਦੇ। ਸਾਨੂੰ ਇੰਪੋਰਟੈਂਟ ਹੈਗਾ ਕਿ ਅਸੀਂ ਤੁਹਾਨੂੰ ਪ੍ਰੋਡਕਟ ਸਹੀ ਸੈਲ ਕਰੀਏ, ਠੀਕ ਹੈ। ਜੇ ਕਲਾਇੰਟ ਨਹੀਂ ਲੈ ਰਿਹਾ ਉਹ ਡਿਫਰੈਂਟ ਚੀਜ਼ ਹੈ, ਪਰ ਅਸੀਂ ਸਾਡਾ ਫੋਕਸ ਇਹੀ ਹੁੰਦਾ ਕਿ ਆਲਵੇਜ਼ ਕਲਾਇੰਟ ਨੂੰ ਫੁੱਲ ਕਵਰੇਜ ਵਿਦ ਆਲ ਦਾ ਮੈਕਸਿਮਮ ਕਵਰੇਜਸ, ਜਿਹੜੇ ਮੈਂਡੇਟਰੀ ਕਵਰੇਜਸ ਨੇ ਉਹ ਦੇ ਕੇ ਭੇਜੀਏ। ਸੋ ਕਹਿਣ ਦਾ ਮਤਲਬ ਆ ਕਿ ਭਾਵੇਂ ਉਹ ਰੈਸਟੋਰੈਂਟਸ ਨੇ ਜਾਂ ਹੋਟਲਸ ਨੇ, ਮੋਟਲਸ ਨੇ ਜਾਂ ਲਿਕਰ ਸਟੋਰਸ ਨੇ, ਇਹ ਡਿਪੈਂਡ ਕਰਦਾ ਵਾ ਕਿ ਤੁਹਾਡੀਆਂ ਡਿਮਾਂਡਸ ਕੀ ਆ, ਤੁਹਾਡੀਆਂ ਲਾਇਬਿਲਿਟੀਜ਼ ਕੀ ਆ, ਤੁਹਾਡੇ ਐਸੈਟਸ ਕੀ ਆ, ਉਹਨਾਂ ਦੇ ਬੇਸਿਸ ਤੇ ਤੁਸੀਂ ਐਗਜ਼ੈਕਟਲੀ ਡਿਮਾਂਡਸ ਉਹਨਾਂ ਦੀਆਂ ਇਹ ਹੁੰਦੀਆਂ ਕਿ ਜਿਹੜੇ ਉਹਨਾਂ ਦੇ ਕੰਟੈਂਟਸ ਨੇ, ਉਹਨਾਂ ਦੇ ਇਕਵਿਪਮੈਂਟਸ ਨੇ, ਉਹ ਤਾਂ ਚਲੋ ਅੰਡਰਸਟੈਂਡ ਕਰਦੇ ਕਿ ਉਹਨਾਂ ਦੀ ਡਿਮਾਂਡਸ ਨੇ ਕਿ ਕਿੰਨੇ ਦੀ ਵੈਲਿਊ ਆ, ਉਹ ਤਾਂ ਅਸੀਂ ਕਲਾਇੰਟ ਦੇ ਬੇਸਿਸ ਤੇ ਕਰ ਦਾਂਗੇ। ਪਰ ਜਿਹੜੀਆਂ ਸਰਟਨ ਚੀਜ਼ਾਂ ਕਲਾਇੰਟ ਨਹੀਂ ਪਤਾ, ਉਹ ਸਾਨੂੰ ਉਹਨਾਂ ਨੂੰ ਇੱਕ ਤਰ੍ਹਾਂ ਦਾ ਐਜੂਕੇਟ ਕਰਨਾ ਪੈਂਦਾ ਕਿ ਤੁਸੀਂ ਲਓ, ਇਹ ਤੋਂ ਬਿਨਾਂ ਨਾ ਕਰੋ, ਕਿਉਂਕਿ ਇਨ ਦਾ ਪਾਸਟ ਸਾਡੇ ਪਹਿਲਾਂ ਵੀ ਹੋਇਆ ਕਿਸੇ ਨਾਲ, ਕਈਆਂ ਨੇ ਨਹੀਂ ਲਈ ਤੇ ਉਸ ਰਿਲੇਟਡ ਲਾਸਿਸ ਹੋ ਗਏ ਤੇ ਉਹਨਾਂ ਨੂੰ ਪੇ ਆਊਟ ਨਹੀਂ ਹੋਇਆ। ਫਿਰ ਉਹ ਬਾਅਦ ਚੋਂ ਮੰਨਦੇ ਨੇ ਕਿ ਹਾਂਜੀ ਤੁਸੀਂ ਸਾਨੂੰ ਐਕਸਪਲੇਨ ਕੀਤਾ ਸੀਗਾ, ਅਸੀਂ ਨਹੀਂ ਲਈ, ਸਾਡੀ ਗਲਤੀ ਆ, ਪਰ ਫਿਰ ਬਾਅਦ ਚੋਂ ਲੈ ਲੈਂਦੇ ਨੇ। ਇਸ ਲਈ ਅਸੀਂ ਸਾਡਾ ਇਹ ਮੇਨ ਫੋਕਸ ਇਹੀ ਹੁੰਦਾ ਕਿ ਉਹਨਾਂ ਨੂੰ ਅਸੀਂ ਐਜੂਕੇਟ ਕਰੀਏ, ਤਾਂ ਕਿ ਉਹ ਜਦੋਂ ਬੰਦਾ ਕੋਈ ਐਜੂਕੇਟ ਕਰਦੇ ਆ, ਉਹਨੂੰ ਐਜੂਕੇਸ਼ਨ ਮਿਲਦੀ ਆ, ਫਿਰ ਉਹਨੂੰ ਅੰਡਰਸਟੈਂਡਿੰਗ ਹੁੰਦੀ ਆ ਉਸ ਪ੍ਰੋਡਕਟ ਬਾਰੇ। ਕਈ ਵਾਰ ਮੈਨੂੰ ਲੱਗਦਾ ਇਦਾਂ ਦਾ ਵੀ ਹੁੰਦਾ ਹੋਊਗਾ ਵੀ ਜਦੋਂ ਕੁਝ ਹੈਪਨ ਹੋ ਜਾਂਦੇ ਆ ਤੇ ਕਈ ਕਲਾਇੰਟਸ ਦੇ ਫੋਨ ਆਉਂਦੇ ਉਹਨਾਂ ਭਾਜੀ ਹੁਣ ਕੁਝ ਹੋ ਸਕਦਾ ਜੀ। ਐਗਜ਼ੈਕਟਲੀ ਹੁੰਦਾ ਹੈਗਾ। ਸੋ ਉਸ ਟਾਈਮ ਤੇ ਵੀ ਅਸੀਂ ਇਹਨਾਂ ਨੂੰ ਇਹ ਕਹਿੰਦੇ ਹਾਂ ਕਿ ਦੇਖੋ, ਤੁਹਾਨੂੰ ਇਫ ਯੂ ਸੀ ਆਪਣੀ ਜਿਹੜੀ ਕਾਲ ਰਿਕਾਰਡਿੰਗ ਹੋਈ ਸੀ, ਆਪਣੀ ਈਮੇਲ ਕਨਵਰਸੇਸ਼ਨ ਹੋਈ ਸੀਗੀ, ਈਮੇਲ ਐਕਸਚੇਂਜਸ ਹੋਈਆਂ ਸੀਗਾ, ਉਹਦੇ ਵਿੱਚ ਸਾਨੂੰ ਐਕਸਪਲੇਨ ਕੀਤਾ ਸੀਗਾ ਕਿ ਦਿਸ ਇਜ਼ ਇੰਪੋਰਟੈਂਟ ਕਵਰੇਜ, ਵੀ ਵੁੱਡ ਰਿਕਮੈਂਡ ਯੂ ਟੂ ਟੇਕ ਇਟ, ਤੁਸੀਂ ਉਦੋਂ ਨਹੀਂ ਲਈਆਂ। ਬਿਲਕੁਲ। ਸੋ ਨਹੀਂ, ਕਲਾਇੰਟ ਅੰਡਰਸਟੈਂਡ ਕਰਦੇ ਨੇ ਕਿ ਯਾਰ ਜਦੋਂ ਕਈ ਵਾਰੀ ਉਹ ਨਹੀਂ ਲੈਂਦੇ ਤੇ ਉਦੋਂ ਫਿਰ ਕਲੇਮ ਹੁੰਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਯਾਰ ਵੀ ਸ਼ੁਡ ਹੈਵ ਟੇਕਨ ਦੈਟ ਕਵਰੇਜ। ਡੈਫੀਨਿਟਲੀ ਜੀ, ਐਜੂਕੇਸ਼ਨ ਦੀ ਬਹੁਤ ਲੋੜ ਹੈ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ। ਹਾਂਜੀ ਕੰਵਰ ਜੀ, ਅਸੀਂ ਗੱਲ ਕਰ ਰਹੇ ਸੀਗੇ ਜਦੋਂ ਜਨਰਲ ਇੰਸ਼ੋਰੈਂਸ ਦੀ, ਅਗਰ ਖਾਸ ਕਰਕੇ ਅਲਬਰਟਾ ਦੀ ਗੱਲ ਕੀਤੀ ਜਾਵੇ, ਹੋਮ ਐਂਡ ਆਟੋ ਇੰਡਸਟਰੀ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਇੰਸ਼ੋਰੈਂਸ ਦੀ ਜਿਹੜੀਆਂ ਪ੍ਰੀਮੀਅਮਸ ਨੇ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇਹ ਲਗਾਤਾਰ ਜਿਹੜੇ ਸਾਡੇ ਦਰਸ਼ਕ ਨੇ ਜਾਂ ਕੁਝ ਦੋਸਤ ਮਿੱਤਰ ਵੀ ਨੂੰ ਵੀ ਦੱਸਦੇ ਭਾਈ ਵੀ ਸਾਡੀਆਂ ਇੰਸ਼ੋਰੈਂਸ ਵਧਦੀਆਂ ਜਾ ਰਹੀਆਂ ਨੇ, ਕੀ ਕਾਰਨ ਹੋ ਸਕਦਾ ਇਹਦਾ? ਹਾਂਜੀ, ਨਹੀਂ ਪਿਛਲੇ 2-3 ਸਾਲਾਂ ਤੋਂ ਇੰਸ਼ੋਰੈਂਸ ਦੇ ਰੇਟ ਵਧ ਰਹੇ ਨੇ ਜੀ। ਨਾਰਮਲੀ ਜਿਹੜੀ ਕੋਈ ਵੀ ਚੀਜ਼ ਹੈਗੀ ਆ ਮਾਰਕੀਟ ਦੇ ਵਿੱਚ, ਹਾਂਜੀ, ਮੇਰਾ ਸਿੰਪਲ ਐਕਸਪਲੇਨੇਸ਼ਨ ਇਹੀ ਹੁੰਦਾ ਕਿ ਜੇ ਅੱਜ ਤੁਸੀਂ ਹੋਮ ਡੀਪੂ 'ਚ ਟਾਇਲ ਲਈ ਹੈ $2 ਦੀ, ਤੇ ਉਹੀ ਟਾਇਲ ਅਗਲੇ ਸਾਲ ਤੁਸੀਂ ਲਓਗੇ ਉਹ $2.5 ਦੀ ਮਿਲਣੀ ਹੈ। ਸੋ ਕਦੇ ਵੀ ਕਿਸੇ ਚੀਜ਼ ਦੇ ਡ੍ਰੌਪ ਨਹੀਂ ਹੁੰਦੇ ਰੇਟ, ਪਰ ਇੰਸ਼ੋਰੈਂਸ ਦੇ ਇਨਕਰੀਜ਼ ਹੋਣ ਦੇ ਕੀ ਰੀਜ਼ਨ ਹੈ ਕਿ ਬਿਫੋਰ ਕੰਜ਼ਰਵੇਟਿਵ ਗਵਰਨਮੈਂਟ, NDP ਗਵਰਨਮੈਂਟ ਸੀਗੀ ਅਲਬਰਟਾ ਦੇ ਵਿੱਚ ਜੀ, ਤੇ ਬੈਕ ਇਨ 2015 ਦੇ ਵਿੱਚ NDP ਗਵਰਨਮੈਂਟ ਨੇ ਪਰਸਨਲਾਈਜ਼ਡ ਆਟੋ ਦੇ ਉੱਪਰ 5% ਕੈਪਿੰਗ ਲਗਾਤੀ ਸੀ ਇੰਸ਼ੋਰੈਂਸ ਕੰਪਨੀਆਂ ਨੂੰ। ਠੀਕ ਹੈ ਜੀ, ਕਿ ਇੰਸ਼ੋਰੈਂਸ ਕੰਪਨੀਆਂ 5% ਤੋਂ ਵੱਧ ਰੇਟ ਇਨਕਰੀਜ਼ ਨਹੀਂ ਕਰ ਸਕਦੀਆਂ ਪਰ ਟਾਈਮ। ਬਿਲਕੁਲ, ਹਾਂਜੀ, 2 ਵਾਰੀ ਉਹ ਇਨਕਰੀਜ਼ ਕਰ ਸਕਦੀਆਂ ਸੀਗੀਆਂ ਸਾਲ ਦੇ ਵਿੱਚ। ਠੀਕ ਹੈ, ਫਰਸਟ ਇੰਸ਼ੋਰੈਂਸ ਕੰਪਨੀ ਅੰਡਰਸਟੈਂਡ ਕੀਤਾ ਕਿ ਦੇ ਵਿਲ ਬੀ ਏਬਲ ਟੂ ਵਰਕ ਔਨ ਦੇ, ਸਰਵਾਈਵ ਕਰ ਲੈਣਗੇ, ਉਹਨਾਂ ਨੂੰ ਇਨਫ ਰੇਟ ਮਿਲ ਜਾਣਗੇ ਜੇ 5% ਇਨਕਰੀਜ਼ ਕੀਤਾ ਜੀ। ਪਰ ਉਹਨਾਂ ਨੂੰ ਰੇਟ ਇਨਕਰੀਜ਼ ਨਹੀਂ ਕਰ ਸਕੇ ਜਿੰਨਾ ਉਹ ਕਰ ਸਕਦੇ ਸੀ। 5% ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਸੀ, ਲਾਸ ਹੋ ਰਿਹਾ ਸੀ ਉਹਨਾਂ ਨੂੰ। ਸੋ ਲਾਸ ਕਿਉਂ ਹੋ ਰਿਹਾ ਸੀਗਾ? ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੇ ਸੋਚਿਆ ਸੀਗਾ ਕਿ ਜੇ ਲੈਟਸ ਸੇ ਫੋਰ ਐਗਜ਼ਾਮਪਲ ਕਿਸੇ ਕਾਰ ਦਾ ਐਕਸੀਡੈਂਟ ਹੋ ਗਿਆ, ਉਹਦੇ ਬੰਪਰ 'ਚ ਕ੍ਰੈਕ ਆ ਗਿਆ, ਤਾਂ ਉਹ ਕ੍ਰੈਕ ਨੂੰ ਮਤਲਬ ਉੱਥੇ ਉਸੇ ਬੰਪਰ ਨੂੰ ਫਿਕਸ ਕਰਵਾ ਦੇਣਗੇ, ਜਿਹਦੇ ਵਿੱਚ ਉਹਨਾਂ ਦਾ ਮੇਬੀ $800 $1000 ਲੱਗ ਜੂਗਾ ਜੀ। ਪਰ ਜਿਹੜੀਆਂ ਨਵੀਆਂ ਗੱਡੀਆਂ ਦੇ ਵਿੱਚ ਉਹਨਾਂ ਵਿੱਚ ਜਿਹੜੀਆਂ ਜਾਂ ਇੰਨੀ ਟੈਕਨੋਲੋਜੀ ਆ ਗਈ ਕਿ ਬੰਪਰ ਦੇ ਵਿੱਚ ਸੈਂਸਰ ਆ ਗਏ, ਕੈਮਰੇਜ਼ ਲੱਗੇ ਹੋਏ ਆ ਗਏ, ਤੇ ਨੋਰਮਲੀ ਜਦੋਂ ਆਪਾਂ ਨੂੰ ਰਿਪੇਅਰ ਨਹੀਂ ਕਰਾ ਸਕਦੇ, ਉਹਨਾਂ ਨੂੰ ਪੂਰਾ ਰਿਪਲੇਸ ਕਰਨਾ ਪੈਂਦਾ। ਬਿਲਕੁਲ। ਸੋ ਇਨਸਟੈਡ ਆਫ ਦੈਟ ਕੰਪਨੀਆਂ ਨੂੰ ਜਦੋਂ ਸੋਚਿਆ ਸੀ $1000 ਲੱਗਣਾ, ਉੱਥੇ ਕੰਪਨੀਆਂ ਦਾ $10000 ਲੱਗਣ ਲੱਗ ਗਿਆ, ਰਾਈਟ। ਤੇ ਪਲੱਸ ਜੇ ਉਹ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੀ ਸੋਚ ਰਹੇ ਸੀ, ਉਹ ਕਰ ਨਹੀਂ ਸਕਦੇ ਸੀ ਬਿਕੋਜ਼ ਆਫ ਕੈਪਿੰਗ ਲੱਗੀ ਹੋਈ ਹੈ। ਬਿਲਕੁਲ। ਸੋ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਆਈ ਬੈਕ ਇਨ ਇਹ ਆਈ 2018 ਦੇ ਵਿੱਚ ਜੀ, ਉਦੋਂ ਫਿਰ ਉਹਨਾਂ ਨੇ ਉਹ ਕੈਪਿੰਗ ਹਟਾਈ, ਤੇ ਫਿਰ ਹੌਲੀ ਹੌਲੀ ਹੁਣ ਇੰਸ਼ੋਰੈਂਸ ਕੰਪਨੀਆਂ ਇੰਸਟੈਡ ਆਫ 5% ਤੋਂ ਕਈ ਕੰਪਨੀਆਂ ਨੇ 15% ਰੇਟ ਇਨਕਰੀਜ਼ ਕੀਤੇ, ਕਈਆਂ ਨੇ 20, ਕਈਆਂ ਨੇ 22, 25 ਤੱਕ ਵੀ ਇਨਕਰੀਜ਼ ਕੀਤੇ। ਐਵਰੇਜ 15 ਤੋਂ 25 ਕਹਿ ਸਕਦੇ ਆਪਾਂ। ਸੋ ਇਸ ਤਰੀਕੇ ਇਹ ਰੀਜ਼ਨ ਸੀਗਾ ਮੇਨ ਕਿ ਉਹਨਾਂ ਨੇ ਰੇਟ ਇਨਕਰੀਜ਼ ਕੀਤੇ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜੇ ਐਂਡ ਆਫ ਦਾ ਡੇ ਇੰਸ਼ੋਰੈਂਸ ਕੰਪਨੀਆਂ ਵੀ ਤਾਂ ਹੀ ਮਾਰਕੀਟ 'ਚ ਨੇ ਜੇ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ। ਬਿਲਕੁਲ। ਸੋ ਬੈਕ ਇਨ ਦਾ ਡੇ 2-3 ਸਾਲ ਪਹਿਲਾਂ ਦੀ ਗੱਲ ਕਰੀਏ, ਜੇ ਇੰਸ਼ੋਰੈਂਸ ਕੰਪਨੀਆਂ ਸੋ ਤੋਂ $100 ਚਾਰਜ ਕਰ ਰਹੀਆਂ ਸੀ ਤੁਹਾਡੀ ਇੰਸ਼ੋਰੈਂਸ ਦਾ, ਤਾਂ ਤੁਹਾਡੇ ਕਲੇਮ 'ਚ $125 ਪੇ ਕਰ ਰਹੇ ਸੀ। ਸੋ ਕਹਿਣ ਦਾ ਮਤਲਬ ਹੈ ਕਿ ਇੰਸ਼ੋਰੈਂਸ ਕੰਪਨੀਆਂ $25 ਲੂਜ਼ ਕਰ ਰਹੀਆਂ ਸੀ ਤੁਹਾਨੂੰ ਇੰਸ਼ੋਰੈਂਸ ਦੇ। ਐਗਜ਼ੈਕਟਲੀ। ਸੋ ਉਹ ਉਹਨਾਂ ਨੂੰ ਕਵਰ ਕਰ ਲਈ, ਫਿਰ ਉਹਨਾਂ ਨੂੰ ਇਹ ਹੁਣ ਰੇਟ ਇਨਕਰੀਜ਼ ਕਰ ਰਹੇ ਆ, ਤੇ ਮੋਸਟ ਲਾਈਕਲੀ ਇਹ ਚੱਲਦੇ ਰਹਿਣਗੇ ਐਟਲੀਸਟ ਹਲੇ 2-3 ਸਾਲ 5 ਸਾਲ ਚੱਲਣਗੇ ਜੀ। ਹਾਂਜੀ। ਇੱਕ ਹੋਰ ਬੜਾ ਅਹਿਮ ਸਵਾਲ ਹੈ ਜੀ ਕਿ ਸੁਸਾਇਟੀ ਵਿੱਚ ਲਗਾਤਾਰ ਚੇਂਜਸ ਆ ਰਹੀਆਂ ਨੇ, ਟੈਕਨੋਲੋਜੀ ਚੇਂਜ ਹੁੰਦੀ ਜਾ ਰਹੀ ਹੈ,
ਸੋ ਇਹਨਾਂ ਸਾਰੇ ਹਾਲਾਤਾਂ ਨੂੰ ਅਡੈਪਟ ਕਰਨ ਦੇ ਵਿੱਚ ਜਿਹੜੀ ਏਕਨ ਇੰਸ਼ੋਰੈਂਸ ਕੰਪਨੀ ਆ, ਤੁਸੀਂ ਕਿਵੇਂ ਮੈਨੇਜ ਕਰਦੇ ਜੇ? ਕੀ ਨਵੀਆਂ ਚੇਂਜਸ ਲੈ ਕੇ ਰੱਖੀਆਂ ਨੇ ਤਾਂ ਕਿ ਤੁਹਾਡੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਮੈਕਸਿਮਮ ਬੈਨੀਫਿਟਸ ਮਿਲ ਸਕਣ? ਯਾ ਤੁਸੀਂ ਸਹੀ ਗੱਲ ਕਹੀ ਕਿ ਲੋਟ ਆਫ ਸਾਰੀਆਂ ਇੰਡਸਟਰੀ ਬੇਸਿਕਲੀ ਡਿਜੀਟਲਾਈਜ਼ ਹੋ ਰਹੀਆਂ, ਰਾਈਟ? ਮੀ ਐਜ਼ ਅ ਓਨਰ ਆਫ ਏਕਨ ਇੰਸ਼ੋਰੈਂਸ, ਮੈਨੂੰ ਵੀ ਹੈਡ ਆਫ ਦਾ ਗੇਮ ਰਹਿਣਾ ਪੈਂਦਾ। ਸੋ ਅਸੀਂ ਵੀ ਕਾਫੀ ਚੀਜ਼ਾਂ ਐਡ ਕੀਤੀਆਂ ਟੂ ਬਿਕਮ ਅ ਡਿਜੀਟਲ ਬ੍ਰੋਕਰੇਜ। ਉਹਦੇ ਵਿੱਚ ਅਸੀਂ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਕਿ ਲਾਸਟ ਈਅਰ ਅਸੀਂ ਏਕਨ ਇੰਸ਼ੋਰੈਂਸ ਐਪ ਲਾਂਚ ਕੀਤੀ। ਅੱਛਾ ਜੀ। ਜਿਹਦੇ ਵਿੱਚ ਤੁਸੀਂ ਆਪਦੀ ਪਰਸਨਲ ਇੰਸ਼ੋਰੈਂਸ, ਜੋ ਵੀ ਇੰਸ਼ੋਰੈਂਸ ਤੁਹਾਡੀ ਸਾਡੇ ਨਾਲ ਚੱਲਦੀ ਹੈ, ਤੁਸੀਂ ਐਪ ਦੇ ਵਿੱਚ ਲੌਗਇਨ ਕਰਕੇ ਸਾਰਾ ਚੈੱਕ ਕਰ ਸਕਦੇ ਹੋ। ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਪੇਮੈਂਟ ਕਿੰਨੀ ਜਾ ਰਹੀ ਹੈ, ਕੀ ਤੁਹਾਡੀ ਕਵਰੇजेस ਨੇ, ਕਦੋਂ ਤੁਸੀਂ ਡਾਕੂਮੈਂਟ ਕੋਈ ਵੀ ਪ੍ਰਿੰਟ ਕਰਨਾ, ਕੋਈ ਪਿੰਕ ਸਲਿੱਪ ਜਦੋਂ ਵੀ ਤੁਸੀਂ ਕਿਤੇ ਪੁਲਿਸ ਨੇ ਤੁਹਾਨੂੰ ਰੋਕ ਲਿਆ, ਮੋਸਟ ਲਾਈਕ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਿੰਕ ਸਲਿੱਪ ਮੇਲ 'ਚ ਆਉਂਦੀ ਹੈ ਪਰ ਆਪਾਂ ਇਗਨੋਰ ਕਰ ਦਿੰਦੇ ਹਾਂ, ਰੱਖਦੇ ਨਹੀਂ ਗੱਡੀ 'ਚ। ਬਿਲਕੁਲ। ਤੇ ਜਦੋਂ ਪੁਲਿਸ ਰੋਕਦੀ ਉਦੋਂ ਪਤਾ ਲੱਗਦਾ ਕਿ ਉਹ ਤਾਂ ਆਪਣਾ ਲਾਇਬਿਲਿਟੀ ਸਲਿੱਪ, ਪਿੰਕ ਸਲਿੱਪ ਐਕਸਪਾਇਰ ਹੋਈ ਆ। ਠੀਕ ਹੈ ਜੀ। ਸੋ ਜਿਹੜੀ ਉਹ ਐਪ ਹੈ ਉਹ ਤੁਹਾਨੂੰ 24/7 ਕਦੇ ਵੀ ਉਹਦੀ ਪਿੰਕ ਸਲਿੱਪ ਨਹੀਂ ਐਕਸਪਾਇਰ ਹੁੰਦੀ, ਉਹ ਤੁਸੀਂ ਕਦੋਂ ਵੀ ਖੋਲੋ, ਤੁਹਾਨੂੰ ਪੁਲਿਸ ਵਾਲਿਆਂ ਨੂੰ ਦਿਖਾਓ ਤੇ ਉਹ ਤੁਸੀਂ ਟਿਕਟ ਮਿਲਣ ਤੋਂ ਬਚਾ ਹੋ ਸਕਦਾ। ਟਿਕਟ ਮਿਲਣ ਤੋਂ ਬਚਾ ਹੋ ਸਕਦਾ ਜੀ। ਪਲੱਸ ਜਿਹੜੀ ਮੋਸਟ ਇੰਪੋਰਟੈਂਟ ਪਾਰਟ ਆਫ ਦਾ ਐਪ ਇਜ਼ ਚੇਂਜਸ ਕਰਨੀਆਂ। ਤੁਸੀਂ ਕੋਈ ਵੀ ਚੇਂਜਸ ਉਹ ਐਪ ਥਰੂ ਕਰ ਸਕਦੇ ਹੋ ਤੇ ਸਾਨੂੰ ਉਹਦੀ ਈਮੇਲ ਮਿਲ ਜਾਂਦੀ ਹੈ। ਕਈ ਵਾਰੀ ਕੀ ਹੁੰਦਾ ਆਪਾਂ ਨੂੰ ਕਾਹਲੀ ਹੁੰਦੀ ਹੈ, ਕਈ ਵਾਰੀ ਇੰਡੀਆ ਜਾਣ ਦੀ ਆਪਾਂ ਭੁੱਲ ਜਾਂਦੇ ਕੋਈ ਚੇਂਜਸ ਕਰਾਉਣ ਨੂੰ। ਇੰਡੀਆ ਹੈਗੇ ਹੋ ਤੁਸੀਂ, ਹੁਣ ਉੱਥੋਂ ਕਈ ਵਾਰੀ ਈਮੇਲ ਨਹੀਂ ਐਕਸੈਸ ਹੁੰਦਾ, ਨਹੀਂ ਕਰ ਸਕਦੇ। ਬਿਲਕੁਲ ਰਾਈਟ। ਟਾਈਮਿੰਗ ਆਪੋਜ਼ਿਟ ਹੁੰਦੀ ਹੈ ਆਪਣੀ, ਆਪਾਂ ਸੁੱਤੇ ਹੁੰਦੇ ਹਾਂ ਉੱਥੇ ਤੁਸੀਂ ਜਾਗਦੇ ਹੁੰਦੇ ਹੋ। ਸੋ ਜਿਹੜੀ ਐਪ ਹੈ, ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਮਿਲੇ, ਤੁਸੀਂ ਦਿੱਲੀ 에ਅਰਪੋਰਟ ਤੇ ਬੈਠੇ ਹੋ ਜਾਂ ਰਾਸਤੇ 'ਚ ਜਾ ਰਹੇ ਹੋ, ਜਦੋਂ ਵੀ ਤੁਹਾਨੂੰ ਟਾਈਮ ਮਿਲੇ, ਇੰਨੀ ਈਜ਼ੀ ਯੂਜ਼ ਕਰਨੀ ਹੈ ਕਿ ਤੁਸੀਂ ਕੋਈ ਵਹੀਕਲ ਪਾਰਕਿੰਗ ਤੇ ਪਾਉਣਾ, ਚੇਂਜਸ ਕਰਨੀ ਹੈ, ਤੁਸੀਂ ਉੱਤੇ ਕਲਿੱਕ ਕਰੋ, ਸਾਰੀ ਤੁਹਾਨੂੰ ਕੁਐਸਚਨ ਪੁੱਛਦੇ ਨੇ ਉਹ, ਐਂਡ ਦੈਨ ਇਟ ਗੈਟਸ ਡਨ ਰਾਈਟ ਅਵੇ। ਕਵਰੇਜ ਵਧਾਉਣੀ, ਘਟਾਉਣੀ, ਲਾਇਬਿਲਿਟੀ ਘਟਾਉਣੀ, ਵਧਾਉਣੀ, ਸਸਪੈਂਸ਼ਨ ਕਰਨੀ, ਐਵਰੀਥਿੰਗ ਇਜ਼ ਪੋਸੀਬਲ ਔਨ ਐਵਰੀਥਿੰਗ ਪੋਸੀਬਲ ਔਨ ਦਾ ਐਪ। ਸੋ ਇਹ ਸਭ ਤੋਂ, ਇਹ ਅਸੀਂ ਲਾਸਟ ਈਅਰ ਲਾਂਚ ਕੀਤੀ ਹੈ, ਵਿਚ ਇਜ਼ ਵਰਕਿੰਗ ਵੈਰੀ ਵੈਲ ਫॉर ਅਸ। ਇਟਸ ਅ ਸਕਸੈਸਫੁਲ ਐਪ, ਕੋਈ ਪ੍ਰੋਬਲਮ ਨਹੀਂ ਆ ਰਹੀ, ਸਾਰੇ ਸਾਡੇ ਕਲਾਇੰਟ ਉਹਨੂੰ ਪਸੰਦ ਕਰ ਰਹੇ ਨੇ ਜੀ। ਐਂਡ ਦਾ ਸੈਕਿੰਡ ਥਿੰਗ ਵੀ ਹੈਵ ਐਡਡ ਏਕਨ ਦੇ ਵਿੱਚ ਲਾਸਟ ਈਅਰ, ਜਿਵੇਂ ਤੁਹਾਨੂੰ ਦੱਸਿਆ ਕਿ ਸਾਡੀ ਨੀਸ਼ ਹੈਗੀ ਟਰੱਕਿੰਗ, ਟਰਾਂਸਪੋਰਟੇਸ਼ਨ। ਸਾਡੇ ਕਲਾਇੰਟ ਬਹੁਤ ਨੇ। ਜਿਵੇਂ ਤੁਹਾਨੂੰ ਤੁਸੀਂ ਸਰਵਿਸ ਦੀ ਗੱਲ ਕੀਤੀ ਹੈ ਕਿ ਟਰਾਂਸਪੋਰਟੇਸ਼ਨ ਕਲਾਇੰਟਸ ਲਈ ਦ ਮੋਸਟ ਇੰਪੋਰਟੈਂਟ ਪਾਰਟ ਕਿ ਉਹਨਾਂ ਦੇ ਲੋਡ ਪਿਕ ਕਰਨੇ। ਬਿਲਕੁਲ। ਜੋ ਉਹਦਾ ਲੋਡ ਹੀ ਨਹੀਂ ਮੂਵ ਕਰ ਰਹੇ ਟਾਈਮ ਤੇ, ਤਾਂ ਉਹ ਮਨੀ ਲੂਜ਼ ਕਰ ਰਹੇ ਨੇ। ਬਿਲਕੁਲ। ਜੇ ਉਹਨਾਂ ਨੂੰ ਕੋਈ ਲੋਡ ਹੀ ਨਹੀਂ ਦੇ ਰਿਹਾ ਤਾਂ ਉਹ ਕੰਮ ਕੀ ਕਰਨਗੇ? ਤਾਂ ਜਦੋਂ ਮੂਵ ਹੀ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਮਨੀ ਕਿੱਥੋਂ ਮਿਲੂ? ਜੀ। ਸੋ ਇਸ ਕਰਕੇ ਅਸੀਂ ਇੱਕ ਟੂਲ ਬਣਾਇਆ ਲਾਸਟ ਈਅਰ ਵਿਚ ਇਜ਼ ਸਰਟ ਐਕਸਚੇਂਜ। ਅੱਛਾ ਜੀ। ਉਹਦੇ ਨਾਲ ਕਲਾਇੰਟਾਂ ਨੂੰ ਅਸੀਂ ਲੌਗਇਨ ਦਿੰਦੇ ਹਾਂ, ਉਹਨਾਂ ਦਾ ਖੁਦ ਦਾ ਲੌਗਇਨ। ਠੀਕ ਹੈ ਜੀ। ਉਹ ਕਦੋਂ ਵੀ ਆਪਣੇ ਖੁਦ ਦੇ ਸਰਟੀਫਿਕੇਟ ਬਣਾ ਸਕਦੇ ਨੇ ਕਿ ਵਿਚ ਇਟ ਟੇਕਸ them 1 minute। ਕੀ ਬਾਤ ਹੈ। ਰਾਈਟ। ਜੇ ਸਾਡਾ ਆਫਿਸ ਬੰਦ ਹੈ 5 ਵਜੇ ਤੋਂ ਬਾਅਦ, ਉਹ ਲੌਗਇਨ ਕਰਕੇ ਉਦੋਂ ਵੀ ਬਣਾ ਸਕਦੇ ਨੇ, ਵੀਕਐਂਡ ਤੇ ਬਣਾ ਸਕਦੇ ਨੇ, ਲੌਂਗ ਵੀਕਐਂਡ ਤੇ ਬਣਾ ਸਕਦੇ ਨੇ, ਕਿਉਂਕਿ ਜ਼ਿਆਦਾਤਰ ਜਿਹੜੇ ਪ੍ਰੋਫੈਸ਼ਨਲ ਆਫਿਸਿਸ ਨੇ ਲੌਂਗ ਵੀਕਐਂਡ ਦੇ ਬੰਦ ਹੁੰਦੇ, ਪਰ ਆਪਣੇ ਟਰੱਕਿੰਗ ਇੰਡਸਟਰੀ ਚੱਲਦੀ ਰਹਿੰਦੀ ਹੈ 24/7। ਰਾਈਟ। ਸੋ ਇਸ ਲਈ ਅਸੀਂ ਇਹ ਆਪਦੇ ਟਰੱਕਿੰਗ ਇੰਡਸਟਰੀ, ਆਪਦੇ ਟਰੱਕਿੰਗ ਕਲਾਇੰਟਸ ਲਈ ਲੈ ਕੇ ਆਏ ਹਾਂ ਕਿ ਉਹਨਾਂ ਨੂੰ ਕਦੇ ਇਸ ਚੀਜ਼ 'ਚ ਨਾ ਪ੍ਰੋਬਲਮ ਆਵੇ ਕਿ ਉਹਨਾਂ ਦਾ ਕਦੇ ਲੋਡ ਲੇਟ ਹੋ ਜਾਏ ਪਿਕ ਕਰਨ ਤੋਂ। ਸੋ ਕਹਿਣ ਦਾ ਮਤਲਬ ਕਿ ਆਪਣੇ ਕਲਾਇੰਟਸ ਨੂੰ ਸਹੂਲਤ ਦੇਣ ਦੇ ਲਈ ਹਰ ਸੰਭਵ ਯਤਨ ਜਿਹੜਾ ਵਾ ਇੱਕ ਇੰਸ਼ੋਰੈਂਸ। ਹਾਂਜੀ। ਸੋ ਸਾਡਾ ਮੇਨ ਫੋਕਸ ਇਹੀ ਹੁੰਦਾ ਕਿ ਅਸੀਂ ਆਪਣੇ ਕਲਾਇੰਟਸ ਨਾਲ ਗੱਲ ਕਰੀਏ ਕਿ ਉਹਨਾਂ ਨੂੰ ਕੀ ਚਾਹੀਦਾ ਸਾਡੇ ਤੋਂ। ਜੀ। ਜੋ ਉਹਨਾਂ ਨੂੰ ਚਾਹੀਦਾ ਹੁੰਦਾ ਅਸੀਂ ਟਰਾਈ ਕਰਦੇ ਹਾਂ ਕਿ ਉਸੇ ਚੀਜ਼ ਤੇ ਅਸੀਂ ਵਰਕ ਕਰਨ ਲਈ। ਤੇ ਕਮਲ ਜੀ, ਹੁਣ ਸਮੇਂ ਦੀ ਸਮਾਪਤੀ ਵੱਲ ਅਸੀਂ ਜਾ ਰਹੇ ਹਾਂ, ਤੇ ਇੱਕ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੱਸਿਓ ਕਿ ਜਿਹੜੀ ਸਾਡੇ ਨਵੇਂ ਇੰਸ਼ੋਰੈਂਸ ਬ੍ਰੋਕਰਸ ਨੇ ਜਿਹੜੇ ਇਸ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੋਈ ਮੈਸੇਜ, ਕੋਈ ਸੁਨੇਹਾ, ਜਾਂ ਅਗਰ ਤੁਹਾਨੂੰ ਕੋਈ ਜੁਆਇਨ ਕਰਨਾ ਚਾਹੁੰਦੇ ਤੇ ਕੀ ਤਰੀਕਾ ਵਾ? ਹਾਂ, ਦੇਖੋ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣ ਲਈ ਤੁਹਾਨੂੰ ਸਰਟਨ ਲਾਇਸੈਂਸਿਸ ਲੈਣੇ ਪੈਂਦੇ ਨੇ। ਡਿਪੈਂਡਸ ਔਨ ਕਿ ਤੁਸੀਂ ਤੁਹਾਡਾ ਫੋਕਸ ਕਿੱਧਰ ਹੈ। ਲਾਈਫ ਇੰਸ਼ੋਰੈਂਸ ਸਾਈਡ ਹੈ ਕਿ ਤੁਸੀਂ ਪ੍ਰੋਪਰਟੀ ਐਂਡ ਕੈਜੁਅਲਟੀ ਸਾਈਡ ਤੇ ਆਉਣਾ ਚਾਹੁੰਦੇ ਹੋ। ਪ੍ਰੋਪਰਟੀ ਐਂਡ ਕੈਜੁਅਲਟੀ ਸਾਈਡ ਤੇ ਆਉਣ ਲਈ ਤੁਹਾਨੂੰ ਲੈਵਲ 1 ਲਾਇਸੈਂਸ ਲੈਣਾ ਪੈਂਦਾ ਤੇ ਦੈਨ ਯੂ ਮੂਵ ਟੂ ਕਮਰਸ਼ੀਅਲ ਸਾਈਡ, ਯੂ ਗੈਟ ਲੈਵਲ 2 ਲਾਇਸੈਂਸ। ਬਿਲਕੁਲ। ਠੀਕ ਹੈ ਨਾ। ਕਿਸੇ ਵੀ ਚੀਜ਼ 'ਚ ਇਟਸ ਜਸਟ ਨਾਟ ਇੰਸ਼ੋਰੈਂਸ ਇੰਡਸਟਰੀ, ਕਿਸੇ ਵੀ ਇੰਡਸਟਰੀ 'ਚ ਤੁਹਾਨੂੰ ਸਕਸੈਸਫੁਲ ਹੋਣ ਲਈ ਤੁਹਾਨੂੰ ਉਸ ਫੀਲਡ ਦੀ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ। ਬਿਲਕੁਲ। ਸੋ ਜਿੰਨੀ ਤੁਸੀਂ ਕੰਟੀਨਿਊਸ ਐਜੂਕੇਸ਼ਨ ਲੈਂਦੇ ਰਹੋਗੇ ਉਨਾ ਹੀ ਤੁਸੀਂ ਉਸ ਫੀਲਡ ਦੇ ਵਿੱਚ ਸਕਸੈਸਫੁਲ ਹੋਵੋਗੇ। ਤਾਂ ਮੇਰਾ ਕੀ ਰੀਜ਼ਨ ਹੈ, ਆਈ ਡੋਂਟ ਕੰਸੀਡਰ ਮਾਈ ਸੈਲਫ ਸਕਸੈਸਫੁਲ, ਪਰ ਜੇ ਕੋਈ ਕਹਿੰਦਾ ਕਿ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ, ਤਾਂ ਮੇਰਾ ਇਹੀ ਆਨਸਰ ਹੁੰਦਾ ਕਿ ਮੇਰੇ ਕੋਲ ਮੈਂ ਐਜੂਕੇਸ਼ਨ ਕੰਟੀਨਿਊਸ ਰੱਖਦਾ ਆਪਦੀ, ਜਿੰਨੀ ਮੈਂ ਨੌਲੇਜ ਲੈ ਸਕਾਂ। ਇਹ ਨਹੀਂ ਹੈ ਕਿ ਨੌਲੇਜ ਤੁਹਾਨੂੰ ਆਪਦੇ ਤੋਂ ਵੱਡਿਆਂ ਤੋਂ ਹੀ ਮਿਲਦੀ ਆ। ਜੀ। ਠੀਕ ਹੈ ਨਾ। ਤੁਸੀਂ ਆਈ ਟੇਕ ਨੌਲੇਜ ਫਰੋਮ ਮਾਈ ਰਿਸੈਪਸ਼ਨਲਿਸਟ। ਠੀਕ ਹੈ ਨਾ। ਉਹ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਿਲਕੁਲ। ਸੋ ਇਸ ਕਰਕੇ ਜਦੋਂ ਤੁਸੀਂ ਮੀਟਿੰਗਸ ਕਰਦੇ ਹੋ ਆਪਦੀ ਟੀਮ ਨਾਲ, ਹਰੇਕ ਨੂੰ ਆਪਸ਼ਨ ਦਿਓ ਬੋਲਣ ਦੀ ਮੀਟਿੰਗਸ ਦੇ ਵਿੱਚ। ਸੋ ਆਈ ਥਿੰਕ ਟੇਕਿੰਗ ਐਡਵਾਈਸ ਫਰੋਮ ਐਵਰੀਵਨ, ਇਹ ਬਹੁਤ ਵੱਡਾ ਰੀਜ਼ਨ ਹੈ ਕਿ ਤੁਹਾਡੀ ਨੌਲੇਜ ਗੈਦਰ ਹੁੰਦੀ ਹੈ, ਪਲੱਸ ਤੁਸੀਂ ਸਕਸੈਸਫੁਲ ਹੁੰਦੇ ਹੋ ਮੇਰੇ ਮੁਤਾਬਿਕ। ਬਿਲਕੁਲ ਜੀ। ਤੁਸੀਂ ਸਕਸੈਸਫੁਲ ਹੈਗੇ ਜੇ, ਤਾਂ ਹੀ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਬੈਠੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਜੇ।
ਕੰਵਰ ਜੀ ਬਹੁਤ ਅੱਛਾ ਲੱਗਾ ਜੀ ਅੱਜ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਔਰ ਇੰਸ਼ੋਰੈਂਸ ਇੰਡਸਟਰੀ ਨਾਲ ਰਿਲੇਟਡ ਵੱਖ-ਵੱਖ ਮੁੱਦਿਆਂ ਉੱਪਰ ਬੜੀ ਬੇਬਾਕੀ ਨਾਲ ਤੁਸੀਂ ਗੱਲਬਾਤ ਕੀਤੀ। ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਦਰਸ਼ਕਾਂ ਨਾਲ ਆਪਣਾ ਸੰਪਰਕ ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ ਜੀ। ਹਾਂਜੀ, ਥੈਂਕ ਯੂ ਵੈਰੀ ਮਚ ਮਨਜੀਤ ਜੀ ਤੁਹਾਡਾ ਅੱਜ ਟਾਈਮ ਦੇਣ ਲਈ। ਬਿਫੋਰ ਵੀ ਐਂਡ ਦਿਸ ਇੰਟਰਵਿਊ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਸਾਰੀ ਕਮਿਊਨਿਟੀ ਦਾ ਬਹੁਤ ਥੈਂਕਫੁਲ ਹਾਂ ਜਿਨ੍ਹਾਂ ਨੇ ਸਾਨੂੰ ਆਲਵੇਜ਼ ਸਪੋਰਟ ਕੀਤਾ। ਵੀ ਮੂਵ ਟੂ ਐਡਮਿੰਟਨ ਇਨ 12 ਸਾਨੂੰ ਕੋਈ ਜਾਣਦਾ ਨਹੀਂ ਸੀ, ਪਰ ਆਫ ਕੋਰਸ ਸਾਡਾ ਹਾਰਡ ਵਰਕ ਵੀ ਹੈਗਾ ਇਹਦੇ ਵਿੱਚ, ਪਰ ਐਟ ਦ ਸੇਮ ਟਾਈਮ ਹਰੇਕ ਬੰਦੇ ਨੇ ਜਿਹਨੂੰ ਵੀ ਅਸੀਂ ਕਾਲ ਕਰਦੇ ਸੀ ਸਪੋਰਟ ਮਿਲੀ, ਸੋ ਉਹਦਾ ਬਹੁਤ ਬਹੁਤ ਥੈਂਕ ਯੂ। ਅਗੇਨ ਸਾਡਾ ਫੋਨ ਨੰਬਰ ਹੈਗਾ 7804230909 ਐਂਡ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ acaninsurance.ca। ਸਾਡੇ ਕੰਟੈਕਟ ਪੇਜ 'ਤੇ ਜਾਓ ਅਤੇ ਉੱਥੇ ਸਾਰੇ ਤੁਹਾਨੂੰ ਸਾਡੇ ਫੋਨ ਨੰਬਰ, ਈਮੇਲਸ ਅਤੇ ਬ੍ਰਾਂਚਿਸ ਦੀ ਇਨਫੋਰਮੇਸ਼ਨ ਮਿਲੂਗੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ। ਥੈਂਕ ਯੂ ਜੀ। ਸੋ ਇਹ ਸਨ ਏਕਨ ਇੰਸ਼ੋਰੈਂਸ ਦੇ ਪ੍ਰੈਜ਼ੀਡੈਂਟ ਮਿਸਟਰ ਕੰਵਰ ਬੋਲਾ, ਜਿਨ੍ਹਾਂ ਨੇ ਅੱਜ ਜਨਰਲ ਇੰਸ਼ੋਰੈਂਸ ਦੇ ਵੱਖ-ਵੱਖ ਟੌਪਿਕਸ ਦੇ ਉੱਪਰ ਬੜੀ ਵਧੀਆ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਬੁਲਾ ਕੇ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।